ਅਜੇ ਵੀ ਉਹਨਾਂ ਦੀ ਗੱਲਬਾਤ ਚੋਂ ਕਿਧਰੇ ਸਾਰਥਕਤਾ ਜਾਂ ਗੰਭੀਰਤਾ ਨਜ਼ਰ ਨਹੀਂ ਆ ਰਹੀ। ਤੇ ਦੂਜੇ ਪਾਸੇ ਜਿਹੜਾ ਹੈਗਾ ਆਪਣੇ ਗਵਰਨਰਾਂ ਨੂੰ ਜਾਣੀ ਆਪਣੇ ਸੂਬੇਦਾਰਾਂ ਨੂੰ ਉਹਨਾਂ ਪ੍ਰਸਥਿਤੀਆਂ 'ਚ ਇਸਤੇਮਾਲ ਕੀਤਾ ਜਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਅੰਦੋਲਨ ਨੂੰ ਕਾਬੂ ਕੀਤਾ ਜਾ ਸਕਦਾ ਹੈ। मैं समझदा है किसानों की यह बड़ी भारी जथेबंदी है और ਜਿਹੜੀ ਉਹਨਾਂ ਨੇ ਇੰਨਾ ਸ਼ਾਂਤਮਈ ਢੰਗ ਨਾਲ ਔਰ ਇੰਨੇ ਜ਼ੋਰਦਾਰ ਢੰਗ ਨਾਲ ਆਪਣਾ ਜਿਹੜਾ ਸੰਘਰਸ਼ ਚਲਾਇਆ ਉਹਦੇ ਤੇ ਸਰਕਾਰ ਬਣਾਇਆ ਉਹਨਾਂ ਨੇ ਪਿੱਛੇ ਹਾਂ ਬਿਲਕੁਲ ਔਰ ਉਹਨੂੰ ਸਰਕਾਰ ਨੂੰ ਪਿੱਛੇ ਹਟਣਾ ਪਿਆ। और ਤੁਸੀਂ ਇਹ ਦੇਖੋ ਕਿ ਸਰਕਾਰ ਨੇ ਆਪਣੀ ਗਲਤੀ ਇੱਕ ਤਰ੍ਹਾਂ ਦੀ ਚਾਹੇ ਮੂੰਹ ਨਹੀਂ ਕਿਹਾ ਉਹਨਾਂ ਦੀ ਕਾਰਗੁਜ਼ਾਰੀ ਤੋਂ ਨਜ਼ਰ ਆ ਰਿਹਾ ਕਿ ਜਿਹੜੇ ਤਾਂ ਪਹਿਲੇ ਤਾਂ ਰਾਜਨਾਥ ਸਿੰਘ ਨੇ ਉੱਥੇ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਪਹਿਲੇ ਤਾਂ ਉਹਨਾਂ ਨੇ ਇਹ ਕਰਤਾ ਕਲੈਰੀਫਿਕੇਸ਼ਨ ਦੇ ਦਿੱਤੀ ਕਿ ਜਿਹੜੇ ਵੀ ਬੰਦੇ ਇਹਨਾਂ ਨੂੰ ਨਕਸਲਾਈਟ ਕਹਿੰਦੇ ਆ ਜਾਂ ਖਾਲਿਸਤਾਨੀ ਕਹਿੰਦੇ ਉਹ ਗਲਤ ਕਰ ਰਹੇ ਆ। ਇੱਕ ਤਰ੍ਹਾਂ ਦੀ ਉਹਨਾਂ ਨੇ ਆਪਣੀ ਪਾਰਟੀ ਦੇ ਬੰਦੇ ਨੂੰ ਝਾੜ ਪਾਈ ਕਿ ਜਦ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਤਦ ਤੱਕ ਅਸੀਂ ਵਾਪਸ ਨਹੀਂ ਪਰਤਾਂਗੇ। ਇਸ ਦੇ ਬਾਵਜੂਦ 4 ਸਫੇਰੇ ਤੋਂ ਹਮਲਾ, ਫਿਰ ਮੀਟਿੰਗਾਂ ਦਾ ਦੌਰ। ਕੀ ਲੱਗਦਾ ਕਿ ਕੇਂਦਰ ਨੂੰ ਅਜੇ ਵੀ ਇਸ ਗੱਲ ਦੀ ਸਮਝ ਨਹੀਂ ਪੈ ਰਹੀ ਕਿ ਕਿਸਾਨਾਂ ਨੂੰ ਇਸ ਤਰੀਕੇ ਨਾਲ ਗੁੰਮਰਾਹ ਕਰਕੇ ਵਾਪਸ ਨਹੀਂ ਭੇਜਿਆ ਜਾ ਸਕਦਾ। ਕਿਹੋ ਜਿਹੀ ਸਥਿਤੀ 'ਚ ਲਿਆ ਕੇ ਦੇਸ਼ ਨੂੰ ਖੜਾ ਕਰ ਦਿੱਤਾ ਹੈ ਕੇਂਦਰ ਸਰਕਾਰ ਨੇ ਹਰਕਮਲ ਜੀ। ਔਰ ਜੀ ਜੇ ਅਸੀਂ ਇਹ ਕਹੀਏ ਕਿ ਜਿਸ ਦਿਨ ਤੋਂ ਬੀਜੇਪੀ ਦੀ ਦਿੱਲੀ 'ਚ ਸਰਕਾਰ ਆਈ ਹੈ, ਜਦੋਂ ਤੋਂ ਇਹ ਸੱਤਾ 'ਚ ਆਏ ਨੇ, ਇਹਨਾਂ ਨੇ ਉਹੀ ਤੌਰ ਤਰੀਕੇ ਡਿਕਟੇਟਰਾਨਾ ਰਾਜ ਵਾਲੇ ਅਪਣਾਉਣੇ ਸ਼ੁਰੂ ਕਰ ਦਿੱਤੇ ਸੀ ਜਿਹੜੇ ਕਿ ਸ਼੍ਰੀਮਤੀ ਇੰਦਰਾ ਗਾਂਧੀ ਨੇ ਇੱਕ ਮੌਕੇ ਅਪਣਾਉਣ ਦੀ ਕੋਸ਼ਿਸ਼ ਕੀਤੀ ਸੀ। ਪੰਜਾਬ 'ਚ ਮਗਰਲੇ 3 ਸਾਲ 4 ਸਾਲ ਦੇ ਵਿੱਚ 450 ਕਿਸਾਨ ਨੇ ਸੁਸਾਈਡ ਕੀਤਾ, ਉਹਦਾ ਕੋਈ ਨੋਟਿਸ ਨਹੀਂ ਲੈ ਰਿਹਾ। ਜੇ ਬੀਜੇਪੀ ਵਾਲਿਆਂ ਦੇ ਕਾਰ ਤੇ 2 ਪੱਥਰ ਵੱਜਣ ਉਸ ਗੱਲ ਦਾ ਬਹੁਤ ਨੋਟਿਸ ਲੈਂਦੇ ਨੇ। ਜੇ ਇੱਕ ਰਿਲਾਇੰਸ ਕੰਪਨੀ ਦੇ ਕੋਈ ਉਹਨਾਂ ਦੇ ਤੋੜ ਦਿੱਤੇ ਜਾ ਕੇ ਕਿਸੇ ਸ਼ਰਾਰਤੀ ਅਨਸਰ ਨੇ ਜਾਂ ਕਿਸਾਨਾਂ ਨੇ ਜਾਂ ਕਿਸੇ ਨੇ ਕੋਈ ਨੁਕਸਾਨ ਉਹਨਾਂ ਦੀਆਂ ਤਾਰਾਂ ਕੱਟਤੀਆਂ ਕੋਈ, ਉਹਨਾਂ ਦਾ ਰਾਜਪਾਲ ਵੇਖੋ ਕਿੰਨਾ ਸਖਤ ਨੋਟਿਸ ਲੈ ਰਿਹਾ ਹੈ ਕਿ ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਡਿਬੇਟ ਦੇ ਮੁੱਦੇ ਤੇ ਆਉਣ ਤੋਂ ਪਹਿਲਾਂ ਆਪਾਂ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹਾਂ। ਦਰਸ਼ਕ ਹਮੇਸ਼ਾ ਹੀ ਸਾਡੇ ਨਾਲ ਹਰ ਮੁੱਦੇ ਤੇ ਜੁੜੇ ਰਹੇ ਹੈ, ਪਰ ਜਾ ਰਿਹਾ 2020 ਸਾਡੇ ਲਈ ਬਹੁਤ ਸਾਰੀਆਂ ਦੁਖਦਾਈ ਯਾਦਾਂ ਛੱਡ ਕੇ ਜਾ ਰਿਹਾ। ਐਨ ਇਸ ਮੌਕੇ ਤੇ ਜਦੋਂ ਆਪਾਂ ਇਸ ਸਾਲ ਨੂੰ ਅਲਵਿਦਾ ਆਖ ਰਹੇ ਹਾਂ ਤਾਂ ਪੰਜਾਬ ਸਮੇਤ ਲੱਖਾਂ ਕਿਸਾਨ ਦਿੱਲੀ ਦੇ ਬਾਰਡਰ ਤੇ ਇਨਸਾਫ ਲਈ, ਕਾਲੇ ਕਾਨੂੰਨ ਰੱਦ ਕਰਾਉਣ ਦੇ ਲਈ ਡਟੇ ਹੋਏ ਆ। ਸਾਡੀਆਂ ਧੀਆਂ, ਸਾਡੀਆਂ ਭੈਣਾਂ, ਸਾਡੀਆਂ ਮਾਵਾਂ, ਸਾਡੇ ਨੌਜਵਾਨ ਉਸ ਸੰਘਰਸ਼ ਦਾ ਹਿੱਸਾ ਨੇ। ਸੰਘਰਸ਼ਸ਼ੀਲ ਜਥੇਬੰਦੀਆਂ ਨੇ ਬੀਤੇ ਕੱਲ ਕੇਂਦਰ ਨਾਲ ਮੀਟਿੰਗ ਕਰਕੇ ਸਾਫ਼ ਇੱਕ ਐਲਾਨ ਦਿੱਤੀ ਹੈ ਕਿ ਕਾਲੇ ਕਾਨੂੰਨ ਰੱਦ ਕਰਵਾਏ ਬਗੈਰ ਉਹ ਆਪਣੇ ਘਰਾਂ ਨੂੰ ਵਾਪਸ ਨਹੀਂ ਪਰਤਣਗੇ। ਇਸ ਦੇਸ਼ ਅੰਦਰ ਚਾਹੇ ਰਾਜਸੀ ਧਿਰਾਂ ਹੈ ਜਾਂ ਮੀਡੀਆ ਦਾ ਬਹੁਤ ਵੱਡਾ ਹਿੱਸਾ ਹੈ, ਬੋਲਣ ਜੋਗਾ ਛੱਡਿਆ ਹੀ ਨਹੀਂ। ਪਰ ਜੇਕਰ ਕੋਈ ਕਿਸਾਨੀ ਲਹਿਰ ਦੇ ਰੂਪ ਵਿੱਚ ਆਪਣੀ ਆਵਾਜ਼ ਬੁਲੰਦ ਕਰਦਾ ਹੈ ਤਾਂ ਉਸ ਤੇ 4 ਸਫੇਰਿਓਂ ਹਮਲਾ ਕਰਕੇ ਉਸ ਨੂੰ ਬਦਨਾਮ ਕਰਨ ਲਈ ਕੋਈ ਕਸਰ ਛੱਡੀ ਨਹੀਂ ਜਾਂਦੀ। ਸ਼ਾਇਦ ਇਸੇ ਲਈ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇਹ ਕਹਿਣਾ ਪਿਆ ਕਿ ਕਿਸਾਨੀ ਅੰਦੋਲਨ ਨੂੰ ਖਾਲਿਸਤਾਨੀ ਤੇ ਨਕਸਲਵਾਦ ਦੇ ਨਾਂ ਤੇ ਬਦਨਾਮ ਨਾ ਕੀਤਾ ਜਾਵੇ। ਖੈਰ, ਜਦੋਂ ਕੇਂਦਰ ਦੀ ਸਰਕਾਰ ਆਪਣੇ ਰਾਜਪਾਲਾਂ ਨੂੰ ਆਪਣੀਆਂ ਜਿਹੜੀਆਂ ਸੂਬਿਆਂ ਦੀਆਂ ਸਰਕਾਰਾਂ ਉਹਨਾਂ ਦੀਆਂ ਬਾਂਹ ਮਰੋੜਨ ਦੇ ਲਈ ਇਸਤੇਮਾਲ ਕਰੇ ਤਾਂ ਇਸ ਦੇਸ਼ ਦੇ ਜਮਹੂਰੀ ਸੰਸਥਾਵਾਂ ਅਤੇ ਨਿਆਂ ਪ੍ਰਣਾਲੀ ਤੇ ਸਵਾਲ ਉੱਠਣੇ ਸੁਭਾਵਿਕ ਹੈ। ਇਸ ਸਭ ਦੇ ਬਾਵਜੂਦ ਮੈਂ ਕਹਾਂਗਾ ਕਿ ਨਵੇਂ ਸਾਲ 'ਚ ਜਿਹੜੀ ਕਿਸਾਨੀ ਲਹਿਰ ਉੱਠੀ ਵੀ ਹੈ, ਇੱਕ ਇਨਸਾਫ ਤੇ ਨਿਆਂ ਦਿਵਾਉਣ ਦੇ ਲਈ ਸਾਨੂੰ ਨਵੀਂ ਕਿਰਨ ਦੇ ਰੂਪ ਵਿੱਚ ਨਜ਼ਰ ਆ ਰਹੀ ਹੈ। ਇਸ ਮੁੱਦੇ ਤੇ ਮੇਰੇ ਨਾਲ ਸਾਡੇ ਇਸ ਖਿੱਤੇ ਦੇ ਸੀਨੀਅਰ ਜਰਨਲਿਸਟ ਹਰਕਮਲਜੀਤ ਸਿੰਘ, ਇਸ ਪ੍ਰਾਸ਼ਰ ਗੁਰਪ੍ਰੀਤ, ਤਿੰਨੇ ਪੈਨਲ ਤੇ ਸਾਡੇ ਨਾਲ ਜੁੜ ਚੁੱਕੇ ਆ। ਜਿੱਦਾਂ ਹਮੇਸ਼ਾ ਦਰਸ਼ਕਾਂ ਨੂੰ ਜਰਨਲਿਸਟਾਂ ਦੀ ਡਿਬੇਟ 'ਚ ਗੱਲ ਆਖਦਾ ਹੈ ਕਿ ਪੰਜਾਬੀ ਮੀਡੀਆ ਦੀ ਸੱਚ ਦੀ ਪੇਸ਼ਕਾਰੀ ਤੁਹਾਡੇ ਸਾਰਿਆਂ ਵੱਲੋਂ ਮੈਂ ਇੱਕ ਵਾਰ ਮੁੜ ਆਪਣੇ ਮਹਿਮਾਨਾਂ ਨੂੰ ਜੀ ਆਇਆਂ ਆਖਦਾ। ਹਰਕਮਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ।
ਜਿੱਦਾਂ ਮੈਂ ਕਿਹਾ ਕਿ ਕੇਂਦਰ ਤੇ ਕਿਸਾਨ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ, ਉਹਨਾਂ ਨੇ ਸਾਫ਼ ਕਰ ਦਿੱਤਾ ਕਿਸਾਨਾਂ ਨੇ ਕਿ ਜਦ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਤਦ ਤੱਕ ਅਸੀਂ ਵਾਪਸ ਨਹੀਂ ਪਰਤਾਂਗੇ। ਇਸ ਦੇ ਬਾਵਜੂਦ 4 ਸਫੇਰੇ ਤੋਂ ਹਮਲਾ, ਫਿਰ ਮੀਟਿੰਗਾਂ ਦਾ ਦੌਰ। ਕੀ ਲੱਗਦਾ ਕਿ ਕੇਂਦਰ ਨੂੰ ਅਜੇ ਵੀ ਇਸ ਗੱਲ ਦੀ ਸਮਝ ਨਹੀਂ ਪੈ ਰਹੀ ਕਿ ਕਿਸਾਨਾਂ ਨੂੰ ਇਸ ਤਰੀਕੇ ਨਾਲ ਗੁੰਮਰਾਹ ਕਰਕੇ ਵਾਪਸ ਨਹੀਂ ਭੇਜਿਆ ਜਾ ਸਕਦਾ? ਕਿਹੋ ਜਿਹੀ ਸਥਿਤੀ 'ਚ ਲਿਆ ਕੇ ਦੇਸ਼ ਨੂੰ ਖੜਾ ਕਰ ਦਿੱਤਾ ਹੈ ਕੇਂਦਰ ਸਰਕਾਰ ਨੇ, ਹਰਕਮਲ ਜੀ? ਜਗਤਾਰ ਜੀ, ਜਿਵੇਂ ਤੁਸੀਂ ਕਿਹਾ ਕਿ ਜਿਹੜਾ ਇਹ ਚਾਲੂ ਸਾਲ ਜਿਹੜਾ ਖਤਮ ਹੋਣ ਜਾ ਰਿਹਾ ਹੈ, ਇਹ ਬੜਾ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿ ਸਕਦੇ ਹੋ ਵੱਖਰਾ ਤੇ ਭਿਆਨਕ ਕਿਸਮ ਦਾ ਤੁਸੀਂ ਕਹਿ ਸਕਦੇ ਹੋ ਸਮਾਂ ਸੀ। ਔਰ ਜੇ ਅਸੀਂ ਇਹ ਕਹੀਏ ਕਿ ਜਿਸ ਦਿਨ ਤੋਂ ਬੀਜੇਪੀ ਦੀ ਦਿੱਲੀ 'ਚ ਸਰਕਾਰ ਆਈ ਹੈ, ਜਦੋਂ ਤੋਂ ਇਹ ਸੱਤਾ 'ਚ ਆਏ ਨੇ, ਇਹਨਾਂ ਨੇ ਉਹੀ ਤੌਰ ਤਰੀਕੇ ਡਿਕਟੇਟਰਾਨਾ ਰਾਜ ਵਾਲੇ ਅਪਣਾਉਣੇ ਸ਼ੁਰੂ ਕਰ ਦਿੱਤੇ ਸੀ ਜਿਹੜੇ ਕਿ ਸ਼੍ਰੀਮਤੀ ਇੰਦਰਾ ਗਾਂਧੀ ਨੇ ਇੱਕ ਮੌਕੇ ਅਪਣਾਉਣ ਦੀ ਕੋਸ਼ਿਸ਼ ਕੀਤੀ ਸੀ। ਔਰ ਹੁਣ ਉਹਨਾਂ ਬੀਜੇਪੀ ਦੇ 6 ਸਾਲ ਦੇ ਰਾਜ ਤੋਂ ਬਾਅਦ ਜੋ ਸਾਨੂੰ ਨਜ਼ਰ ਆ ਰਿਹਾ ਹੈ, ਜਿਵੇਂ ਸਮਝ ਪੈ ਰਹੀ ਹੈ, ਤੁਸੀਂ ਦੇਖੋ ਜਿੰਨੇ ਇਸ ਦੇਸ਼ ਦੇ ਖੁਦ ਮੁਖਤਿਆਰ ਅਦਾਰੇ ਸੀ, ਜਿਨ੍ਹਾਂ ਦੇ ਸਿਰ ਤੇ ਲੋਕਤੰਤਰ ਚੱਲਦਾ ਹੈਗਾ, ਉਹਨਾਂ ਸਾਰਿਆਂ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹੈ। ਤੁਸੀਂ ਦੇਖੋ ਚੋਣ ਕਮਿਸ਼ਨ ਜਿਹੜਾ ਹੈ, ਉਹਦੇ ਤੇ ਲੋਕਾਂ ਨੂੰ ਇਤਬਾਰ ਨਹੀਂ ਰਹਿ ਗਿਆ। ਲੋਕਾਂ ਨੂੰ ਇਨਫੋਰਮੇਸ਼ਨ ਕਮਿਸ਼ਨ ਬਣਾਇਆ ਗਿਆ ਸੀ ਬਹੁਤ ਧੂਮ ਧੜੱਕੇ ਦੇ ਨਾਲ ਕਿ ਬੜੀ ਆਜ਼ਾਦ ਤਰ੍ਹਾਂ ਦੀ ਜਥੇਬੰਦੀ ਹੋਏਗੀ। ਉਹ ਕਿਸਾਨਾਂ ਦੇ ਮੀਟਿੰਗਾਂ ਬਾਰੇ ਉਹਨਾਂ ਨੂੰ ਕਿਸੇ ਨੇ ਸਵਾਲ ਪੁੱਛਿਆ, ਉਹ ਕਹਿੰਦੇ ਜੀ ਸਾਡੇ ਕੋਲ ਕਿਸਾਨਾਂ ਦੀਆਂ ਮੀਟਿੰਗਾਂ ਦੇ ਮਿੰਟਸ ਦਾ, ਮੀਟਿੰਗਾਂ ਦਾ ਕੋਈ ਰਿਕਾਰਡ ਨਹੀਂ ਹੈਗਾ, ਅਸੀਂ ਕੋਈ ਰਿਕਾਰਡ ਨਹੀਂ ਦੇ ਸਕਦੇ। ਜੇ ਇਹ ਹਾਲ ਹੈਗਾ, ਤੁਸੀਂ ਦੇਖੋ ਜੋ ਮੀਡੀਆ ਦਾ ਹਾਲ ਸਾਡਾ ਹੋ ਰਿਹਾ ਹੈ, ਜਿਸ ਢੰਗ ਦੇ ਨਾਲ ਮੀਡੀਆ ਨੂੰ ਚਾਹੇ ਖਰੀਦਿਆ ਗਿਆ ਹੈ, ਚਾਹੇ ਭੈਭੀਤ ਕੀਤਾ ਗਿਆ ਹੈ ਜਾਂ ਡਰਾਉਣ ਦੀ ਕੋਸ਼ਿਸ਼ ਵੀ ਹੋਈ ਹੈ। ਤੁਸੀਂ ਦੇਖ ਲਓ ਜਿਨ੍ਹਾਂ ਲੋਕਾਂ ਨੇ ਲੋਕਤੰਤਰ ਦੀ ਆਵਾਜ਼ ਚੁੱਕਣੀ ਹੁੰਦੀ, ਜਿਨ੍ਹਾਂ ਅਦਾਰਿਆਂ ਨੇ, ਉਹ ਸਾਰਿਆਂ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹੈ। ਜੁਡੀਸ਼ਰੀ ਤੇ ਜਿਸ ਢੰਗ ਦੇ ਨਾਲ ਸਵਾਲ ਉੱਠ ਰਹੇ ਨੇ, ਜਿਹੜੇ ਰਾਜਪਾਲ ਅਸੀਂ ਕਹਿੰਦੇ ਸੀ ਕਿ ਬੜੇ ਇੰਡੀਪੈਂਡੈਂਟ ਕਿਸਮ ਦੇ ਹੁੰਦੇ ਨੇ, ਜਿਵੇਂ ਉਹ ਛੋਟੀਆਂ ਗੱਲਾਂ 'ਚ ਧਿਰਾਂ ਬਣ ਰਹੇ ਨੇ। ਤੁਸੀਂ ਦੇਖੋ ਪੰਜਾਬ ਦੇ ਵਿੱਚ ਅੱਜ ਤੱਕ 10,000 ਕਿਸਾਨ ਸੁਸਾਈਡ ਕਰ ਗਏ ਨੇ। ਪੰਜਾਬ 'ਚ ਮਗਰਲੇ 3 ਸਾਲ 4 ਸਾਲ ਦੇ ਵਿੱਚ 450 ਕਿਸਾਨ ਨੇ ਸੁਸਾਈਡ ਕੀਤਾ, ਉਹਦਾ ਕੋਈ ਨੋਟਿਸ ਨਹੀਂ ਲੈ ਰਿਹਾ। ਜੇ ਬੀਜੇਪੀ ਵਾਲਿਆਂ ਦੇ ਕਾਰ ਤੇ 2 ਪੱਥਰ ਵੱਜਣ, ਉਸ ਗੱਲ ਦਾ ਬਹੁਤ ਨੋਟਿਸ ਲੈਂਦੇ ਨੇ। ਜੇ ਇੱਕ ਰਿਲਾਇੰਸ ਕੰਪਨੀ ਦੇ ਕੋਈ ਉਹਨਾਂ ਦੇ ਤੋੜ ਦਿੱਤੇ ਜਾ ਕੇ ਕਿਸੇ ਸ਼ਰਾਰਤੀ ਅਨਸਰ ਨੇ ਜਾਂ ਕਿਸਾਨਾਂ ਨੇ ਜਾਂ ਕਿਸੇ ਨੇ ਕੋਈ ਨੁਕਸਾਨ, ਉਹਨਾਂ ਦੀਆਂ ਤਾਰਾਂ ਕੱਟਤੀਆਂ ਕੋਈ, ਉਹਨਾਂ ਦਾ ਰਾਜਪਾਲ ਵੇਖੋ ਕਿੰਨਾ ਸਖਤ ਨੋਟਿਸ ਲੈ ਰਿਹਾ ਹੈ ਕਿ ਸਟੇਟ ਦੇ ਚੀਫ ਮਿਨਿਸਟਰ, ਆਪਣਾ ਚੀਫ ਸੈਕਟਰੀ ਤੇ ਡੀਜੀਪੀ ਨੂੰ ਕਾਲ ਕੀਤਾ ਜਾ ਰਿਹਾ ਹੈ। ਸੇਮ ਦੂਜੇ ਰਾਜਾਂ 'ਚ ਹੋ ਰਿਹਾ। ਤੁਸੀਂ ਰਾਜਪਾਲ ਦੇਖੋ, ਉਹ ਬੀਜੇਪੀ ਦੇ ਏਜੰਟ ਬਣ ਕੇ ਕੰਮ ਕਰ ਰਹੇ ਨੇ। ਇਸੇ ਤਰ੍ਹਾਂ ਜਿਹੜੀਆਂ ਏਜੰਸੀਆਂ ਸਾਡੀਆਂ, CBI ਹੈਗੀ ਹੈ, ED ਹੈਗੀ ਹੈ, ਜਾਂ ਸਾਡਾ ਇਹ ਇਨਕਮ ਟੈਕਸ ਡਿਪਾਰਟਮੈਂਟ ਹੈਗਾ, ਜਿਸ ਢੰਗ ਦੇ ਨਾਲ ਉਹਨਾਂ ਦੀ ਵਰਤੋਂ ਹੋ ਰਹੀ ਹੈ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ, ਡਰਾਉਣ ਲਈ, ਧਮਕਾਉਣ ਲਈ, ਮੇਰੇ ਖਿਆਲ 'ਚ ਇਹ ਤੇ ਕਦੀ ਵੀ ਨਹੀਂ ਸੀ ਹੋਇਆ। ਇਹ ਮਿਸਿਸ ਗਾਂਧੀ ਨੇ ਵੀ ਸ਼ਾਇਦ ਇਹੋ ਜਿਹਾ ਇਸ ਹੱਦ ਤੱਕ ਉਹ ਅੱਗੇ ਨਹੀਂ ਸੀ ਗਈ ਹੈਗੀ ਜੋ ਇਹ ਕੰਮ ਸ਼ੁਰੂ ਹੋ ਗਿਆ। ਔਰ ਮੈਂ ਸਮਝਦਾ ਕਿ ਲੋਕਤੰਤਰ ਲਈ ਇੱਕ ਬਹੁਤ ਵੱਡਾ, ਸਾਡੇ ਜਿਹੜਾ ਸਿਸਟਮ ਲੋਕਤੰਤਰ ਦੀ ਪ੍ਰਣਾਲੀ ਲਈ ਇਹ ਬਹੁਤ ਵੱਡਾ ਖਤਰਾ, ਇਹ ਪਹਿਲੀ ਵਾਰੀ ਆਜ਼ਾਦੀ ਤੋਂ ਬਾਅਦ ਸਾਡੇ ਸਾਹਮਣੇ ਆ ਰਿਹਾ ਹੈ। ਔਰ ਪੰਜਾਬ ਦਾ ਇਹ ਇਤਿਹਾਸ ਰਿਹਾ ਹੈ ਕਿ ਪੰਜਾਬ ਹਮੇਸ਼ਾ ਇਹੋ ਜਿਹੇ ਜਿਹੜੇ ਧੱਕੇਸ਼ਾਹੀ ਜਾਂ ਬੇਇਨਸਾਫੀ ਦੇ ਖਿਲਾਫ ਆਵਾਜ਼ ਚੁੱਕਦਾ ਰਿਹਾ, ਲੜਦਾ ਰਿਹਾ। ਔਰ ਮੈਨੂੰ ਲੱਗਦਾ ਕਿ ਪੰਜਾਬੀਆਂ ਨੇ ਅੱਜ ਵੀ ਇਸ ਮੁੱਦੇ ਤੇ ਸਭ ਤੋਂ ਪਹਿਲਾਂ ਦੇਸ਼ 'ਚੋਂ ਆਵਾਜ਼ ਚੁੱਕੀ ਹੈਗੀ ਹੈ। ਔਰ ਜੋ ਮੈਨੂੰ ਨਜ਼ਰ ਆ ਰਿਹਾ, ਇਹ ਠੀਕ ਹੈ, ਕਿਸਾਨਾਂ ਦੀਆਂ ਆਪਣੀਆਂ ਮੰਗਾਂ ਹੈਗੀਆਂ, ਉਹਨਾਂ ਦੇ ਆਪਣੇ ਮੁੱਦੇ ਹੈਗੇ ਨੇ, ਉਹਨਾਂ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਹੈ, ਉਹਦੇ ਖਿਲਾਫ ਉਹਨਾਂ ਨੇ ਲੜਾਈ ਲੜਨੀ ਸੀ। ਲੇਕਿਨ ਤੁਸੀਂ ਦੇਖੋ ਕਿ ਇਸ ਅੰਦੋਲਨ ਦੇ ਵਿੱਚੋਂ ਵੀ ਜਿਹੜੀ ਇਹ ਨਾਲ ਬੇਇਨਸਾਫੀ ਹੋ ਰਹੀ ਹੈ, ਜਿਵੇਂ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵਿੱਚ ਡਿਕਟੇਟਰਾਨਾ ਢੰਗ ਨਾਲ ਆਪਣਾ ਸ਼ਾਸਨ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦਾ ਵੀ ਵਿਰੋਧ ਹੋ ਰਿਹਾ ਹੈ। ਔਰ ਮੈਂ ਸਮਝਦਾ ਕਿ ਕੇਂਦਰ ਸਰਕਾਰ ਨੂੰ ਇਹਦੇ ਤੋਂ ਕੋਈ ਸਬਕ ਲੈਣਾ ਚਾਹੀਦਾ ਹੈ। ਜਿਵੇਂ ਤੁਸੀਂ ਦੱਸਿਆ, ਰਾਜਨਾਥ ਜੀ ਨੇ ਇੱਕ ਸਟੇਟਮੈਂਟ ਦੇ ਦਿੱਤੀ ਕਿ ਬਈ ਤੁਸੀਂ ਇਹਨਾਂ ਅੰਦੋਲਨਕਾਰੀਆਂ ਨੂੰ ਨਕਸਲੀ ਜਾਂ ਖਾਲਿਸਤਾਨੀ ਨਾ ਕਹੋ। ਲੇਕਿਨ ਪੰਜਾਬ ਭਾਜਪਾ ਦੇ ਤੁਸੀਂ ਲੀਡਰ ਦੇਖੋ, ਰੋਜ਼ ਦਿਹਾੜੀ ਅਜੇ ਵੀ ਬਿਆਨ ਦੇ ਰਹੇ ਨੇ ਕਿ ਜੀ ਇਹ ਅਰਬਨ ਨਕਸਲੀ ਨੇ, ਇਹ ਖਾਲਿਸਤਾਨੀ ਨੇ।
ਬਾਕੀ ਲੀਡਰ ਵੀ ਭਾਜਪਾ ਦੀ ਲੀਡਰਸ਼ਿਪ ਬਿਆਨ ਲਗਾਤਾਰ ਦੇਈ ਜਾ ਰਹੀ ਹੈ। ਔਰ ਜੀ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਜੇ ਭਾਜਪਾ ਨੇ ਇਹਦੇ ਤੋਂ ਸਬਕ ਨਾ ਲਿਆ, ਦੇਖੋ ਜਿਹੜੀ ਕਮਿਊਨਲ ਸਿਆਸਤ ਭਾਜਪਾ ਕਰ ਰਹੀ ਸੀ, ਜਿਹਦੇ ਤੇ ਵੋਟਾਂ ਲੈ ਰਹੀ ਸੀ, ਉਹਦੀ ਪਹਿਲੀ ਉਦਾਹਰਨ ਤੁਹਾਡੇ ਸਾਹਮਣੇ ਹਰਿਆਣੇ ਦੀ ਇਲੈਕਸ਼ਨ ਆ ਗਈ ਹੈ ਮਿਊਨਿਸਪਲ ਕਾਰਪੋਰੇਸ਼ਨਾਂ ਦੀ, ਜਿਹਦੇ 'ਚ ਉਹਨਾਂ ਨੂੰ ਬਹੁਤ ਵੱਡੀ ਚਪੇੜ ਵੱਜੀ ਹੈ। ਔਰ ਹਰਿਆਣੇ ਦੇ ਲੋਕਾਂ ਨੇ ਉਸ ਜਿਹੜਾ ਫਿਰਕੂ ਨਾਰਾ ਸੀ ਉਹਨੂੰ ਉਹਨਾਂ ਨੇ ਰੱਦ ਕਰ ਦਿੱਤਾ ਇੱਕ ਕਿਸਮ ਦੇ ਨਾਲ। ਔਰ ਇਹ ਮੈਸੇਜ ਸਾਰੇ ਹਿੰਦੁਸਤਾਨ ਲਈ ਵੀ ਹੈਗਾ ਕਿ ਜੇ ਭਾਜਪਾ ਇਹ ਸੋਚਦੀ ਹੈ ਕਿ ਸਿਰਫ ਫਿਰਕੂ ਨਾਰੇ ਦੇ ਨਾਲ ਹੀ ਉਹ ਕਿਸੇ ਬਿਨਾਂ ਕੰਮ ਕੀਤਿਆਂ ਜਿੱਤ ਸਕਦੀ ਹਰ ਵਾਰੀ, ਮੇਰੇ ਖਿਆਲ 'ਚ ਉਹਨਾਂ ਨੂੰ ਇਹਦੇ ਤੋਂ ਸਬਕ ਲੈਣਾ ਚਾਹੀਦਾ ਹੈ ਔਰ ਆਪਣੇ ਤੌਰ ਤਰੀਕੇ ਬਦਲਣੇ ਚਾਹੀਦੇ ਨੇ। ਔਰ ਇਹ ਜਿਹੜਾ ਬੇਇਨਸਾਫੀ ਔਰ ਧੱਕੇਸ਼ਾਹੀ ਦਾ ਰਸਤਾ ਛੱਡਣਾ ਚਾਹੀਦਾ ਹੈ। ਔਰ ਜੇ ਉਹ ਨਹੀਂ ਕਰਦੇ ਤਾਂ ਸਾਰੇ ਹਿੰਦੁਸਤਾਨ 'ਚ ਵੀ ਉਹਨਾਂ ਨੂੰ ਇਹੋ ਜਿਹਾ ਸਬਕ ਮਿਲ ਸਕਦਾ ਹੈ। ਜੀ ਇਹੋ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਏਗਾ। ਰਾਸ਼ੀ ਜੀ, ਤੁਸੀਂ ਲੰਬੇ ਸਮੇਂ ਤੋਂ ਰਾਜਸੀ ਲਹਿਰਾਂ ਨੂੰ ਸਰਕਾਰਾਂ ਕਿਸ ਤਰੀਕੇ ਨਾਲ ਬਿਹੇਵ ਕਰਦੀਆਂ, ਵਿਰੋਧ 'ਚ ਹੁੰਦੇ ਤਾਂ ਕਦੋਂ ਗੱਲ ਕਰਦੇ ਆ, ਜਦੋਂ ਹਾਕਮ ਧਿਰ 'ਚ ਹੁੰਦੇ ਆ ਕਿਸ ਤਰ੍ਹਾਂ ਬਿਹੇਵ ਕਰਦੇ ਆ। ਇਸ ਵੇਲੇ ਜੋ ਹੋ ਰਿਹਾ, ਇੱਕ ਪਾਸੇ ਕਿਸਾਨ ਜਥੇਬੰਦੀਆਂ ਨਾਲ ਜਦੋਂ ਆਪਾਂ ਮੀਟਿੰਗ ਦੀ ਗੱਲ ਕਰਦੇ ਆ, ਬਾਰਡਰ ਦੇ ਉੱਤੇ ਲੱਖਾਂ ਲੋਕ ਬੈਠੇ ਆ, ਉਹਨਾਂ ਨਾਲ ਮੀਟਿੰਗਾਂ, ਫਿਰ ਅੱਗੇ ਮੀਟਿੰਗਾਂ ਜਿਹੜੀਆਂ ਹੈਗੀਆਂ, ਔਰ ਜਿਹੜਾ ਮੂਲ ਮੁੱਦਾ ਜਿਸ ਮੁੱਦੇ ਤੇ ਲੜਾਈ ਸ਼ੁਰੂ ਹੋਈ ਆ ਕਿਸਾਨਾਂ ਦੀ, ਖੇਤੀ ਕਾਨੂੰਨ ਰੱਦ ਕਰਾਉਣ ਦੀ ਗੱਲ ਕਰ ਲਈਏ, ਇਸੇ ਤਰੀਕੇ ਨਾਲ ਆਪਾਂ MSP ਦੀ ਗੱਲ ਕਰ ਲਈਏ, ਘੱਟੋ ਘੱਟ ਸਹਾਇਕ ਕੀਮਤ ਦੀ ਗੱਲ ਉੱਥੇ ਦੀ ਉੱਥੇ ਖੜੀ। ਜਾਣੀ ਲੱਗਦਾ ਕੇਂਦਰ ਨੂੰ ਅਜੇ ਵੀ ਕਿ ਅਸੀਂ ਘੁਮਾ ਫਿਰਾ ਕੇ ਜਾਂ ਗੱਲ ਨੂੰ ਜਿਹੜਾ ਹੈਗਾ ਔਜੜ ਦੇ ਵਿੱਚ ਪਾ ਕੇ ਆਪਾਂ ਸਿੱਟੇ ਹਾਸਲ ਕਰ ਸਕਦੇ ਹਾਂ। ਅਜੇ ਵੀ ਉਹਨਾਂ ਦੀ ਗੱਲਬਾਤ ਚੋਂ ਕਿਧਰੇ ਸਾਰਥਿਕਤਾ ਜਾਂ ਗੰਭੀਰਤਾ ਨਜ਼ਰ ਨਹੀਂ ਆ ਰਹੀ। ਤੇ ਦੂਜੇ ਪਾਸੇ ਜਿਹੜਾ ਹੈਗਾ ਆਪਣੇ ਗਵਰਨਰਾਂ ਨੂੰ, ਜਾਣੀ ਆਪਣੇ ਸੂਬੇਦਾਰਾਂ ਨੂੰ ਉਹਨਾਂ ਪ੍ਰਸਥਿਤੀਆਂ 'ਚ ਇਸਤੇਮਾਲ ਕੀਤਾ ਜਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਅੰਦੋਲਨ ਨੂੰ ਕਾਬੂ ਕੀਤਾ ਜਾ ਸਕਦਾ ਹੈ। ਜਗਤਾਰ ਜੀ, ਸਭ ਤੋਂ ਪਹਿਲੇ ਤਾਂ ਮੈਂ ਤੁਹਾਡੇ ਵਿਊਅਰਸ ਨੂੰ ਹੈਪੀ ਨਿਊ ਈਅਰ ਕਹਿਣਾ ਚਾਹੁੰਦਾ ਹਾਂ। ਤੁਹਾਨੂੰ ਵੀ ਮੁਬਾਰਕਾਂ ਜੀ। ਥੈਂਕ ਯੂ। ਇਹ ਸਾਰਿਆਂ ਲਈ ਬੜਾ ਹੀ ਇੱਕ ਟਰੋਮੈਟਿਕ ਸਾਲ ਰਿਹਾ ਹੈ, ਲੇਕਿਨ ਜਾਂਦੇ ਜਾਂਦੇ ਮੈਂ ਸਮਝਦਾ ਹਾਂ ਕਿ ਨਵੇਂ ਸਾਲ ਦੇ ਚੜ੍ਹਨ ਦੇ ਨਾਲ ਹੀ ਕੁਝ ਨਵੀਆਂ ਆਸ਼ਾ ਦੀਆਂ ਕਿਰਨ ਜਿਹੜੀਆਂ ਨਜ਼ਰ ਆਉਣ ਲੱਗ ਪਈਆਂ। ਪਹਿਲੀ ਤਾਂ ਹੈ ਕਰੋਨਾ ਵਾਇਰਸ ਦੇ ਫਰੰਟ ਦੇ ਉੱਤੇ ਜਿਹੜੀ ਵੈਕਸੀਨ ਤਿਆਰ ਹੋ ਗਈ ਹੈ, ਔਰ ਮੈਂ ਸਮਝਦਾ ਹਾਂ ਕਿ ਅਗਲੇ ਸਾਲ ਦੇ ਪਹਿਲੇ ਜਾਂ ਦੂਜੇ ਹਫ਼ਤੇ ਦੇ ਵਿੱਚ ਵੀ ਇਹਦੀ ਜਿਹੜੀ ਹੈ ਇਸਤੇਮਾਲ ਸ਼ੁਰੂ ਹੋ ਜਾਏਗਾ। ਦੂਜਾ ਇਹ ਹੈ ਕਿ ਜਿਹੜੇ ਕਿਸਾਨਾਂ ਦਾ ਮੋਰਚਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ, ਉਹਦੇ ਵਿੱਚ ਵੀ ਕੁਝ ਪੋਜ਼ੀਟਿਵ ਡਿਵੈਲਪਮੈਂਟਸ ਹੋਈਆਂ। ਜਿਹੜੀ ਕੱਲ੍ਹ 6ਵੇਂ ਗੇੜ ਦੀ ਮੀਟਿੰਗ ਹੋਈ ਹੈ ਸੈਂਟਰ ਦੇ ਨਾਲ, ਕੇਂਦਰੀ ਮੰਤਰੀ ਤੇ ਕਿਸਾਨ ਜਥੇਬੰਦੀਆਂ ਦੇ ਰੈਪਰੈਜ਼ੈਂਟੇਟਿਵ ਦੇ ਵਿੱਚ, ਉਹਦੇ ਵਿੱਚ ਦੇਖੋ 2-3 ਪੋਜ਼ੀਟਿਵ ਗੱਲਾਂ ਉੱਭਰ ਕੇ ਸਾਹਮਣੇ ਆਈਆਂ। ਪਹਿਲੀ ਤਾਂ ਇਹ ਹੈ ਕਿ ਚਾਰਾਂ ਵਿੱਚੋਂ 2 ਮੰਗਾਂ ਜਿਹੜੀਆਂ ਉਹਨਾਂ ਦੀ ਮੰਨੀਆਂ ਗਈਆਂ ਕਿ ਇੱਕ ਬਿਜਲੀ ਦਾ ਬਿੱਲ ਵਾਲੇ, ਔਰ ਦੂਜਾ ਜਿਹੜਾ ਹੈਗਾ ਕਿ ਜੇ ਪਰਾਲੀ ਦੇ ਵਿੱਚ ਉਹਨਾਂ ਨੂੰ ਜਿਹੜਾ ਕ੍ਰਿਮੀਨਲਾਈਜ਼ ਕੀਤਾ ਜਾਏਗਾ, ਉਹ ਵੀ ਸਰਕਾਰ ਜਿਹੜੀ ਆ ਦੋਨੋਂ ਵਾਪਸ ਲੈਣ ਤੇ ਮੰਨ ਗਈ ਹੈ। ਮੈਂ ਸਮਝਦਾ ਹਾਂ ਕਿਸਾਨਾਂ ਦੀ ਇਹ ਬੜੀ ਭਾਰੀ ਜਥੇਬੰਦੀ ਹੈ, ਉਹ ਜਿਹੜੀ ਉਹਨਾਂ ਨੇ ਇੰਨਾ ਸ਼ਾਂਤਮਈ ਢੰਗ ਨਾਲ ਔਰ ਇੰਨੇ ਜ਼ੋਰਦਾਰ ਢੰਗ ਨਾਲ ਆਪਣਾ ਜਿਹੜਾ ਸੰਘਰਸ਼ ਚਲਾਇਆ, ਉਹਦੇ ਤੇ ਸਰਕਾਰ ਨੂੰ ਪਿੱਛੇ, ਹਾਂ ਬਿਲਕੁਲ, ਔਰ ਉਹਨੂੰ ਸਰਕਾਰ ਨੂੰ ਪਿੱਛੇ ਹਟਣਾ ਪਿਆ। ਔਰ ਤੁਸੀਂ ਇਹ ਦੇਖੋ ਕਿ ਸਰਕਾਰ ਨੇ ਆਪਣੀ ਗਲਤੀ ਇੱਕ ਤਰ੍ਹਾਂ ਦੀ, ਚਾਹੇ ਮੂੰਹ ਨਹੀਂ ਕਿਹਾ, ਉਹਨਾਂ ਦੀ ਕਾਰਗੁਜ਼ਾਰੀ ਤੋਂ ਨਜ਼ਰ ਆ ਰਿਹਾ ਕਿ ਜਿਹੜੇ ਤਾਂ ਪਹਿਲੇ ਤਾਂ ਰਾਜਨਾਥ ਸਿੰਘ ਨੇ ਉੱਥੇ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਪਹਿਲੇ ਤਾਂ ਉਹਨਾਂ ਨੇ ਇਹ ਕਰਤਾ, ਕਲੈਰੀਫਿਕੇਸ਼ਨ ਦੇ ਦਿੱਤੀ ਕਿ ਜਿਹੜੇ ਵੀ ਬੰਦੇ ਇਹਨਾਂ ਨੂੰ ਨਕਸਲਾਈਟ ਕਹਿੰਦੇ ਹੈ ਜਾਂ ਖਾਲਿਸਤਾਨੀ ਕਹਿੰਦੇ, ਉਹ ਗਲਤ ਕਰ ਰਹੇ ਆ। ਇੱਕ ਤਰ੍ਹਾਂ ਦੀ ਉਹਨਾਂ ਨੇ ਆਪਣੀ ਪਾਰਟੀ ਦੇ ਬੰਦਿਆਂ ਨੂੰ ਵੀ ਝਾੜ ਪਾਈ ਹੈ। ਦੂਜੇ ਪਾਸੇ ਇਹ ਹੈ ਕਿ ਉੱਥੇ ਇੱਕ ਬਹੁਤ ਹੀ, ਮੈਂ ਕਹਿੰਦਾ, ਸੁਖਾਵਾਂ ਜਿਹੜਾ ਸੰਦੇਸ਼ ਦੇਣ ਲਈ ਸਰਕਾਰ ਨੇ ਉੱਥੇ ਜਿਹੜਾ ਲੰਗਰ ਛਕਾਇਆ ਸਾਰਿਆਂ ਨੂੰ ਮਿਲ ਕੇ, ਉਹ ਇੱਕ ਗੁਰਦੁਆਰੇ ਤੋਂ ਮੰਗਵਾ ਕੇ ਉਹ ਲੰਗਰ ਛਕਾਇਆ ਗਿਆ। ਉਹਦੇ ਨਾਲ ਦੇਖੋ ਬੜੀ ਭਾਰੀ ਜਿਹੜੀ ਸਦਭਾਵਨਾ ਦੀ ਗੱਲ ਹੈ। ਔਰ ਸਾਰੀ ਮੀਟਿੰਗ ਜਿਹੜੀ ਹੈ ਉਹ ਬੜੇ ਇੱਕ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਹੈ, ਜਿਹਦੇ ਕਿ ਮੰਤਰੀ ਵੀ ਇਹੀ ਕਹਿ ਰਹੇ ਹੈ ਔਰ ਜਿਹੜੇ ਕਿਸਾਨਾਂ ਦੇ ਰੈਪਰੈਜ਼ੈਂਟੇਟਿਵ ਹੈ ਉਹ ਵੀ ਇਹ ਕਹਿ ਰਹੇ ਹੈ। ਔਰ ਤੀਜੀ ਗੱਲ ਇਹ ਹੈ ਕਿ ਚਾਹੇ MSP ਜਾਂ ਜਿਹੜਾ 3 ਐਗਰੀ ਬਿੱਲ ਵਾਪਸ ਲੈਣ ਦੀ ਗੱਲ ਹੈ, ਉਹਨਾਂ ਤੇ ਫਿਲਹਾਲ ਨਹੀਂ ਹੋਇਆ, ਇਹ ਕੋਈ ਸਮਝੌਤਾ ਨਹੀਂ ਹੋਇਆ, ਲੇਕਿਨ 50% ਪ੍ਰਾਪਤੀ ਤੋਂ ਬਾਅਦ ਇਹ ਹੁਣ ਇਹੋ ਜਿਹੀ ਇੰਡੀਕੇਸ਼ਨ ਮਿਲਣ ਲੱਗ ਪਈਆਂ ਕਿ ਸੈਂਟਰ ਜਿਹੜੀ ਹੈ ਇਹਨਾਂ ਤੇ ਵੀ ਕੋਈ ਫੇਸ ਸੇਵਰ ਫਾਰਮੂਲਾ ਲੱਭ ਰਹੀ ਹੈ। ਤੁਸੀਂ ਇਹ ਦੇਖੋ ਕਿ ਮੀਟਿੰਗ ਤੋਂ ਬਾਅਦ ਜਿਹੜੇ ਕਿ ਕਿਸਾਨਾਂ ਦੇ ਇੱਕ ਬੜੇ ਉੱਘੇ ਨੇਤਾ ਹੈਗੇ ਆ ਦਰਸ਼ਨਪਾਲ, ਉਹਨਾਂ ਨੇ ਕੁਝ ਪ੍ਰੈਸ ਵਾਲਿਆਂ ਨਾਲ ਗੱਲਬਾਤ ਕਰਦੇ ਹੋਏ ਇਹ ਜਿਹੜਾ ਹੈ ਉਹ ਰਿਵੀਲ ਕੀਤਾ ਹੈ ਕਿ ਸਾਨੂੰ, ਅਸੀਂ ਜਿਹੜੇ ਮੰਤਰੀ ਜੀ ਨੂੰ ਕਿਹਾ ਜੀ ਇਹ ਜਿਹੜੇ ਰਿਪੀਲ ਕਰੋ ਲਾਅ, ਤਾਂ ਉਹਨਾਂ ਨੇ ਕਿਹਾ ਵੀ ਇੱਦਾਂ ਹੈ ਕਿ ਤੁਸੀਂ ਜੋ ਚਾਹੁੰਦੇ ਹੋ ਸਾਨੂੰ ਲਿਖ ਕੇ ਦੇ ਦਿਓ,
ਲੇਕਿਨ ਇੰਨਾ ਜ਼ਰੂਰ ਕਰਦਾ ਉਹਦੇ ਵਿੱਚ ਰਿਪੀਲ ਦਾ ਸ਼ਬਦ ਨਾ ਪਾਉਣਾ। ਕਹਿਣ ਦਾ ਮਤਲਬ ਹੈ ਕਿ ਸਰਕਾਰ ਆਪਣਾ ਫੇਸ ਸੇਵਿੰਗ ਕਰਨ ਲਈ ਰਿਪੀਲ ਦੀ ਬਜਾਏ ਕੋਈ ਉਹਦਾ ਸਬਸਟੀਟਿਊਟ ਲੱਭ ਰਿਹਾ ਹੈ। ਔਰ ਕਿਸਾਨਾਂ ਜਥੇਬੰਦੀ ਨੇ ਵੀ ਇਹੀ ਕਿਹਾ ਜੀ ਠੀਕ ਹੈ ਜੀ, ਆਪਣੇ ਵਕੀਲਾਂ ਨਾਲ ਸਲਾਹ ਕਰਕੇ ਕੋਈ ਚੰਗਾ ਜਿਹਾ ਡਰਾਫਟ ਲੈ ਕੇ ਆਉਂਦੇ ਆ ਤਾਂ ਕਿ ਤੁਹਾਡੇ ਵੀ ਫੇਸ ਸੇਵਿੰਗ ਹੋ ਜਾਏ ਤੇ ਸਾਡਾ ਕੰਮ ਵੀ ਬਣ ਜਾਏ। ਤੇ ਮੈਂ ਸਮਝਦਾ ਕਿ ਹੁਣ ਕਿ ਪੁਰਾਣਾ ਸਾਲ ਜਾਂਦੇ ਜਾਂਦੇ ਔਰ ਨਵੇਂ ਸਾਲ ਦੇ ਆਉਂਦੇ ਹੀ ਕੋਈ ਨਾ ਕੋਈ ਚੰਗੀਆਂ ਖਬਰਾਂ ਮਿਲਣਗੀਆਂ। ਲੇਕਿਨ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵੱਡੀ ਹੈ ਕਿ ਮੋਦੀ ਸਰਕਾਰ ਜਿਹੜੀ ਇੰਨੇ ਉੱਚੇ ਘੋੜੇ ਤੇ ਸਵਾਰ ਸੀ, ਉਹਨੂੰ ਹੁਣ ਨਜ਼ਰ ਆਉਣ ਲੱਗ ਪਿਆ ਸੀ ਕਿ ਇਹਨਾਂ ਨਾਲ ਬਿਨਾਂ ਗੱਲਬਾਤ ਕਰਤੇ, ਇਹਨਾਂ ਦੇ ਬਿਨਾਂ ਮੰਗਾਂ ਮੰਨੇ ਆਪਣੀ ਕੋਈ ਗਤੀ ਨਹੀਂ ਹੋਣੀ। ਔਰ ਇਸ ਕਰਕੇ ਉਹ ਥੱਲੇ ਉਤਰ ਕੇ ਉਹਨਾਂ ਨੇ ਅੱਖਾਂ 'ਚ ਅੱਖਾਂ ਪਾ ਕੇ ਪ੍ਰੇਮ ਪਾ ਨਾਲ ਬੜੇ ਹੀ ਉਹ ਇਹ ਸੁਖਾਵੇਂ ਮਾਹੌਲ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਦੀ ਗੱਲਾਂ ਵੀ ਮੰਨੀਆਂ। ਉਹ ਬਾਕੀ ਜਿਹੜੀਆਂ ਦੋ ਗੱਲਾਂ ਹੈ ਉਹਨਾਂ ਦੇ ਵਿੱਚ ਵੀ ਜਿਹੜੀਆਂ ਮੰਗਾਂ ਹੈ ਕੋਈ ਨਾ ਕੋਈ ਲੱਭ ਕੇ ਇਹ ਜ਼ਰੂਰ ਅੱਗੇ ਵਧੇਗਾ। ਮੈਂ ਇਸ ਗੱਲ ਤੇ ਬੜਾ ਆਸ। ਓਕੇ, ਥੈਂਕ ਯੂ ਗੁਰਵੀਰ ਜੀ। ਜਿੱਦਾਂ ਮੈਂ ਹਮੇਸ਼ਾ ਕਹਿਣਾ ਹੈ ਕਿ ਤੁਸੀਂ ਬਾਰਡਰ ਤੇ ਬੈਠੇ ਹੋ ਔਰ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਹੇਠਲੀ ਪੱਧਰ ਤੱਕ ਜੁੜੇ ਹੋਏ ਹੋ। ਜੋ ਕਿਸਾਨੀ ਅੰਦੋਲਨ ਆ, ਜਿਹੜੀ ਮੀਟਿੰਗ ਦਾ ਜ਼ਿਕਰ ਕੀਤਾ ਹੈ ਪ੍ਰਾਸ਼ਰ ਜੀ ਨੇ, ਇਸ ਤੋਂ ਪਹਿਲਾਂ ਹਰਕਮਲ ਜੀ ਨੇ, ਮੀਡੀਆ ਸਾਰਿਆਂ ਦੇ ਜੋ ਇਸ਼ੂ ਆ ਸਾਹਮਣੇ ਆਏ ਆ, ਕੁਝ ਗੱਲ ਮੰਨੀ ਵੀ ਗਈ ਹੈ, ਵੱਡੇ ਮੁੱਦੇ ਅਜੇ ਉਦਾਂ ਹੀ ਕਾਇਮ ਹੈ। ਤੁਹਾਨੂੰ ਕਿਵੇਂ ਲੱਗਦਾ ਹੈ ਕਿ ਜਿਹੜਾ ਕੇਂਦਰ ਦਾ ਰਵੱਈਆ ਹੈ ਉਸ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਅਜੇ ਜਟੀਆਂ ਵੀ ਹੈ ਤੇ ਉਹਨਾਂ ਦੇ ਹੇਠਲੀ ਪੱਧਰ ਤੇ ਜਿਹੜੇ ਵਰਕਰ ਹੈ, ਐਕਟਿਵਿਸਟ ਹੈ, ਕਿਸਾਨ ਅੰਦੋਲਨ ਨਾਲ ਜੁੜੇ ਹੋਏ ਘਰ ਲੋਕ ਹੈ, ਉਹ ਕਿੱਡਾ ਕੁ ਹੁੰਗਾਰਾ ਅਜੇ ਭਰ ਰਹੇ ਇਸ ਅੰਦੋਲਨ ਦੇ ਰਹੀ? ਕਿਉਂਕਿ ਕਈ ਵਾਰੀ ਇਹੋ ਜਿਹੇ ਵੀ ਸੁਨੇਹੇ ਆਉਂਦੇ ਆ ਕਿ ਜੀ ਜੇ ਅੰਦੋਲਨ ਲੰਬਾ ਚੱਲੇਗਾ ਤਾਂ ਲੋਕ ਪਿੱਛੇ ਹਟ ਜਾਣਗੇ। ਦੇਖੋ, ਜਿਹੜੀ ਗੱਲ ਜੇ ਅੰਦੋਲਨ ਦੀ ਗੱਲ ਕਰੀਏ ਤੇ ਪਿਛਲੇ 35 ਦਿਨਾਂ ਤੋਂ ਉੱਪਰ ਹੋ ਚੁੱਕਾ ਦਿੱਲੀ ਬਾਰਡਰ ਤੇ ਕਿਸਾਨਾਂ ਨੂੰ ਉੱਥੇ ਡੇਰੇ ਲਾਏ ਹੋਏ, ਉੱਥੇ ਜਿਹੜਾ ਇੱਕ ਜਗ੍ਹਾ ਤੇ ਜੰਮੇ ਹੋਏ। ਲੇਕਿਨ ਜਿੱਥੇ ਉਹ ਚੀਜ਼ ਇੱਕ ਦਬਾਅ ਬਣਾਈ ਆ ਕੇਂਦਰ ਸਰਕਾਰ ਦੇ ਉੱਤੇ, ਉਸ ਚੀਜ਼ ਦਾ ਦਬਾਅ ਬਣਿਆ, ਉਹਦੇ ਨਾਲ ਨਾਲ 2-3 ਹੋਰ ਫੈਕਟਰਸ ਨੇ ਕਿ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਵਿਉਂਤਬੰਦੀ ਦੇ ਨਾਲ ਇਹ ਫਾਰਮਰਸ ਵੱਲੋਂ ਜਿਹੜੀ ਆਪਣੀ ਐਜੀਟੇਸ਼ਨ ਚਲਾਇਆ ਗਿਆ, ਉਹ ਬੜਾ ਇੰਪੋਰਟੈਂਟ ਹੈ। ਇਸ ਦੇ ਉੱਤੇ ਪ੍ਰਭਾਵ ਪਾਉਣ ਲਈ ਜਿਹੜੀ ਕੱਲ ਦੀ ਮੀਟਿੰਗ ਹੋਈ ਹੈ, ਜਿਵੇਂ ਹਰਕਮਲ ਹੋਣਾ ਨੇ ਦੱਸਿਆ ਕਿ ਇੱਕ ਐਸਾ ਹਾਲਾਤ ਬਣਾ ਦਿੱਤੇ ਗਏ ਪੰਜਾਬ ਦੇ ਵਿੱਚ ਐਜੀਟੇਸ਼ਨਸ ਦੇ ਥਰੂ ਕਿ ਚਾਹੇ ਉਹ ਜੀਓ ਟਾਵਰਸ ਨੂੰ ਦੇਖੋ, ਪੋਰਟ ਬਹੁਤ ਵੱਡੀ ਜਿਹੜੀ ਨਾ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਜੀਓ ਸਿਮਸ ਪੋਰਟ ਕੀਤੀਆਂ ਜਾ ਰਹੀਆਂ ਦੂਸਰੇ ਨੈਟਵਰਕ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੂੰ ਲੱਗਾ ਕਿ ਸ਼ਾਇਦ ਇਹਦੇ ਬਾਵਜੂਦ ਜੀਓ ਇੱਕ ਕਾਰਪੋਰੇਟ ਹਾਊਸ ਜਾਂ ਸਰਕਾਰ ਦੇ ਉੱਤੇ ਇਹਦਾ ਕੋਈ ਅਸਰ ਨਹੀਂ ਦਿਖ ਰਿਹਾ। ਉਹਨਾਂ ਨੇ ਫਿਰ ਕੀ ਕੀਤਾ ਕਿ ਜੀਓ ਦੇ ਟਾਵਰਸ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਜੀਓ ਦੇ ਟਾਵਰਸ ਦਾ ਬਾਈਕਾਟ ਕਰਦੇ ਆ ਤੇ ਅੰਬਾਨੀ ਫੈਮਿਲੀ ਟਵੀਟ ਕਰ ਰਹੀ ਹੈ ਅੱਜ ਇਸ ਚੀਜ਼ ਨੂੰ ਲੈ ਕੇ। ਬੜੀ ਇੰਪੋਰਟੈਂਟ ਗੱਲ ਹੈ ਕਿ ਕੱਲ ਨੀਤਾ ਅੰਬਾਨੀ ਦਾ ਟਵੀਟ ਸੀ ਕਿ ਹੁਣ ਪੰਜਾਬ ਦੇ ਵਿੱਚ 2G ਹੀ ਚੱਲੇਗਾ, ਜਿਹੜੇ ਕਿ ਦੋ ਉਹਨਾਂ ਨੇ ਕਿਸੇ ਪੋਲੀਟੀਕਲ ਲੀਡਰ ਦੇ ਨਾਮ ਆਪਣੇ ਟਵੀਟ ਦੇ ਵਿੱਚ ਲਿਖੇ, ਕਾਂਗਰਸ ਦੇ। ਦੇਖੋ, ਇੱਕ ਇੰਨੇ ਵੱਡੇ ਘਰਾਣੇ ਨੂੰ ਅੱਜ ਟਵਿੱਟਰ ਦੇ ਉੱਤੇ ਆ ਕੇ ਆਪਣਾ ਇੱਕ ਬਿਆਨ ਦੇਣਾ ਪੈ ਗਿਆ। ਇਹਦਾ ਮਤਲਬ ਕਿ ਕਿਤੇ ਨਾ ਕਿਤੇ ਜਿਹੜੀ ਚੁੰਡੀ ਵੱਢਣਾ ਚਾਹੁੰਦੀ ਸੀ, ਜਿਹੜੇ ਇੱਕ ਚੁੰਡੀ ਵੱਢਣ ਦਾ ਇੱਕ ਕੰਮ ਜਿਹੜਾ ਉਹ ਹੋਇਆ, ਉਹਦਾ ਹੀ ਅਸਰ ਹੈ ਕਿ ਅੱਜ ਸਰਕਾਰ ਵੀ ਕੁਝ ਝੁਕੀ ਹੋਈ ਹੈ। ਦੂਸਰਾ ਮੈਂ ਤੁਹਾਨੂੰ ਦੱਸਦਾ, ਸੈਲੋ ਯੂਨਿਟਸ ਦੀ ਗੱਲ ਕਰੀਏ, ਜਿਹੜੇ ਸੈਲੋ ਯੂਨਿਟਸ ਜਿਹੜੇ ਪੰਜਾਬ ਦੇ ਵਿੱਚ ਦੇਖੋ, ਇੱਕ ਕੇਂਦਰ ਵੱਲੋਂ ਕਾਨੂੰਨ ਹੁਣ ਲੈ ਕੇ ਆਉਂਦੇ ਗਏ ਹੈ, ਲੇਕਿਨ ਇਹਨਾਂ ਘਰਾਣਿਆਂ ਵੱਲੋਂ NCML ਕੰਪਨੀ ਨਾਂ ਦੀ ਇੱਕ ਕੰਪਨੀ ਹੈ ਜਿਹਦੇ ਵੱਲੋਂ 2017 ਦੇ ਵਿੱਚ ਇੱਕ ਜ਼ਮੀਨ ਖਰੀਦ ਲਈ ਜਾਂਦੀ ਹੈ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ, ਜਦਕਿ 2017 ਦੇ ਵਿੱਚ ਇਹ ਕਾਨੂੰਨਾਂ ਦਾ ਜ਼ਿਕਰ ਨਹੀਂ ਆਉਂਦਾ, ਲੇਕਿਨ ਉਹਨਾਂ ਵੱਲੋਂ ਇੱਥੇ ਸੈਲੋ ਯੂਨਿਟ ਲਾਉਣ ਦੀ ਤਿਆਰੀ ਕੀਤੀ ਗਈ ਹੈ। ਪਹਿਲਾਂ ਤਾਂ ਕਿਸਾਨਾਂ ਨੂੰ ਸਮਝ ਹੀ ਨਹੀਂ ਲੱਗਿਆ ਕਿ ਉਹਨਾਂ ਦੀ ਜ਼ਮੀਨ ਖਰੀਦੀ ਕਿਉਂ। ਜਦੋਂ ਹੁਣ ਇਹ ਕਾਨੂੰਨ ਆਏ ਨੇ, ਹੁਣ ਉੱਥੇ ਵੀ ਯੂਨਿਟਸ ਦੇ ਉੱਤੇ ਪੱਕਾ ਡੇਰਾ ਲਾ ਦਿੱਤਾ ਗਿਆ, ਪੱਕਾ ਮੋਰਚਾ ਬੰਦ। ਉਹਨਾਂ ਦੇ ਸਟਾਫ ਨੂੰ ਉੱਥੋਂ ਹੱਥ ਜੋੜ ਕੇ, ਇਹ ਨਹੀਂ ਕਿ ਕੋਈ ਉਹਨਾਂ ਨੂੰ ਜ਼ਬਰਦਸਤੀ ਕੋਈ ਕੁੱਟਮਾਰ ਕਰਕੇ, ਬਲਕਿ ਹੱਥ ਜੋੜ ਕੇ ਕਿਹਾ ਗਿਆ ਕਿ ਤੁਸੀਂ ਕੋਈ ਇੱਥੇ ਕੰਮ ਨਹੀਂ ਕਰਨਾ ਔਰ ਅੱਜ ਤੋਂ ਇੱਥੇ ਮੋਰਚਾ ਕਿਸਾਨਾਂ ਦਾ ਹੋਏਗਾ। ਸੇਮ ਹੈ ਕਟਰਾ ਨੈਸ਼ਨਲ ਐਕਸਪ੍ਰੈਸਵੇ ਦੀ ਗੱਲ ਕਵਾਂਗਾ। ਅੱਜ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ ਔਰ ਗੁਰਦਾਸਪੁਰ, ਆ 4-5 ਜ਼ਿਲ੍ਹੇ ਨੇ ਜਿੱਥੇ ਇਹਦੀ ਐਲੋਕੇਸ਼ਨ ਕੀਤੀ ਜਾ ਰਹੀ ਹੈ, ਜਿੱਥੇ ਬਕਾਇਦਾ NHAI ਵੱਲੋਂ ਆਪਣੀਆਂ ਟੀਮਸ ਭੇਜੀਆਂ ਜਾ ਰਹੀਆਂ। SDM ਲੈਵਲ ਤੇ DC ਲੈਵਲ ਤੇ ਮੀਟਿੰਗਸ ਹੋ ਰਹੀ ਹੈ ਕਿਸਾਨਾਂ ਨਾਲ, ਜਿਨ੍ਹਾਂ ਦੀਆਂ ਜ਼ਮੀਨਾਂ ਅਕਵਾਇਰ ਕਰਨੀਆਂ। ਹੁਣ ਉਹਦੇ ਲਈ ਵੀ ਇੱਕ ਵੱਖਰੀ ਸੰਘਰਸ਼ ਕਮੇਟੀ ਬਣਾ ਰਹੀ ਹੈ ਕਿਸਾਨਾਂ ਨੇ। ਦੇਖੋ, ਅੱਜ ਕਿਸਾਨ ਜਿਹੜਾ ਨਾ, ਉਹ ਹਰ ਇੱਕ ਮੂਵਮੈਂਟ ਦੇ ਉੱਤੇ ਅਵੇਅਰ ਹੋ ਚੁੱਕਾ, ਉਹ ਆਪਣੇ ਆਪ ਨੂੰ ਜਾਗਰੂਕ ਸਮਝ ਰਿਹਾ ਔਰ ਜਾਗਰੂਕ ਹੋ ਕੇ ਆਪਣੀ ਲੜਾਈ ਲੜਦਾ ਪਿਆ।
ਹੁਣ ਉਹਨਾਂ ਦਾ ਸਾਫ਼ ਹੁਣ ਤੌਰ ਤੇ ਪਹਿਲਾਂ ਵਾਲਾ ਕਹਿਣਾ ਕਿ ਕਿਸਾਨ ਅੱਗੇ ਨਹੀਂ ਵਾਲੀਆਂ ਰਿਹਾ। ਗੱਲਾਂ ਨਹੀਂ ਹੈ। ਹਾਂ ਜੀ। ਬਿਲਕੁਲ, ਪਹਿਲਾਂ ਵਾਲਾ ਕਿਸਾਨ ਨਹੀਂ ਹੈਗੀ, ਉਹਨੂੰ ਧੱਕੇ ਨਾਲ ਉਹਦੀ ਜ਼ਮੀਨ ਦੇ ਉੱਤੇ ਹਾਈਵੇ ਨਿਕਲ ਗਏ ਜਾਂ ਧੱਕੇ ਨਾਲ ਉਹਦੇ ਜ਼ਮੀਨ ਦੇ ਉੱਤੇ ਕੋਈ ਅਕਵਾਇਰ ਕੀਤਾ ਜਾਂਦਾ ਤੇ ਪਤਾ ਹੀ ਨਹੀਂ ਲੱਗਦਾ ਕਿ ਉੱਥੇ ਪ੍ਰੋਜੈਕਟ ਕਦੋਂ ਬਣੇਗਾ ਔਰ ਕਦੋਂ ਨਹੀਂ, ਹੈ ਨਾ। ਉਹ ਗੱਲਾਂ ਨਹੀਂ ਹੈ ਹੁਣ ਅੱਜ ਦੇਖੋ ਜਿਹੜੀ ਐਕਸਪ੍ਰੈਸ ਹਾਈਵੇ ਦੀ ਗੱਲ ਕਰ ਰਿਹਾ ਸੀ ਮੈਂ, ਉਹ ਐਕਸਪ੍ਰੈਸ ਹਾਈਵੇ ਦੀਆਂ ਕਮੇਟੀਜ਼ ਤੁਸੀਂ ਬਿਲੀਵ ਕਰੋ ਕਿ ਡਿਸਟ੍ਰਿਕਟ ਲੈਵਲ ਤੇ ਕਮੇਟੀਜ਼ ਬਣ ਗਈਆਂ, ਬਲਾਕ ਲੈਵਲ ਤੇ, ਔਰ ਸਾਫ਼ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਕਿ ਆਪਾਂ ਐਡਮਿਨਿਸਟ੍ਰੇਸ਼ਨ ਨੂੰ ਕਿ ਸਾਫ਼ ਤੌਰ ਤੇ ਕਿ ਜਦੋਂ ਤੱਕ ਖੇਤੀ ਕਾਨੂੰਨਾਂ ਦਾ ਬਿੱਲਾਂ ਦਾ ਹੱਲ ਨਹੀਂ ਹੁੰਦਾ ਉਸ ਤੋਂ ਬਾਅਦ ਗੱਲ ਕਰਿਓ ਸਾਡੇ ਨਾਲ ਸਾਡੀਆਂ ਜ਼ਮੀਨਾਂ ਦੀ। ਫਿਲਹਾਲ ਗੁਰਪ੍ਰੀਤ ਜੀ ਮੈਂ ਤੁਹਾਨੂੰ ਰੋਕਣਾ ਚਾਹਾਂਗਾ। ਗੁਰਪ੍ਰੀਤ ਜੀ ਮੈਂ ਰੁਕਣਾ ਚਾਹਾਂਗਾ, ਬਹੁਤ ਵੱਡੀ ਗੱਲ ਕਹਿ ਰਹੇ ਹੋ। ਜਾਨੀ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਜੇ ਦਿੱਲੀ 'ਚ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਹੇਠਲੀ ਪੱਧਰ ਤੇ ਬਹੁਤ ਵੱਡਾ ਅਸਰ ਹੈ। ਨੈਸ਼ਨਲ ਹਾਈਵੇ ਜਿਹੜਾ ਕਿ ਬਹੁਤ ਵੱਡਾ ਕੌਮੀ ਪੱਧਰ ਦਾ ਪ੍ਰੋਜੈਕਟ ਹੈ, ਉਹ ਪ੍ਰੋਜੈਕਟ ਵੀ ਹੁਣ ਵਿੱਚ ਵਿਚਾਲੇ ਲਟਕਦਾ ਨਜ਼ਰ ਆ ਰਿਹਾ ਹੈ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ। ਜਾਨੀ ਬ੍ਰੇਕਾਂ ਲਾ ਦਿੱਤੀਆਂ ਕਿਸਾਨਾਂ ਨੇ ਕਿ ਜੇ ਸਾਡੇ ਖੇਤੀ ਕਾਨੂੰਨ ਨਹੀਂ ਮੰਨੋਗੇ ਤਾਂ ਤੁਹਾਡੇ ਨੈਸ਼ਨਲ ਹਾਈਵੇ ਵੀ ਇਸ ਤਰ੍ਹਾਂ ਨਹੀਂ ਚੱਲਣ ਦਿੱਤੇ ਜਾਣਗੇ। ਬਿਲਕੁਲ, ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਦੋਂ ਤੱਕ ਇਹ ਕਲੀਅਰ ਕੱਟ ਅੱਜ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਦੇਖੋ ਪੰਜਾਬ ਜਿਹੜਾ ਉਹ ਖੇਤੀਬਾੜੀ ਸੂਬਾ, ਇਹਦੇ 100% ਸ਼ੋਰ ਹੈ ਕਿ ਕੋਈ ਵੀ ਪ੍ਰੋਜੈਕਟ ਜਦੋਂ ਆਏਗਾ ਤੇ ਉਹ ਕਿਤੇ ਨਾ ਕਿਤੇ ਰੂਰਲ ਏਰੀਏ ਦੇ ਵਿੱਚ ਹੀ ਆਏਗਾ, ਜਾਂ ਉਹ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਉਹਨਾਂ ਨੂੰ ਲੋੜ ਪਏਗੀ, ਕਿਸਾਨਾਂ ਦੀ ਹੀ ਲੋੜ ਪਊਗੀ। ਉਹਨਾਂ ਦਾ ਕਹਿਣਾ ਕਿ ਇਹ ਇਕੱਲਾ ਕਿਸਾਨੀ ਮੁੱਦਾ ਨਹੀਂ ਹੈ। ਹੁਣ ਕੋਈ ਵੀ ਪ੍ਰੋਜੈਕਟ ਉਦੋਂ ਤੱਕ ਨਹੀਂ ਆਊਗਾ, ਉਦੋਂ ਤੱਕ ਪ੍ਰੋਜੈਕਟ ਦੇ ਕੰਮ ਨਹੀਂ ਚੱਲੇਗਾ ਜਦੋਂ ਤੱਕ ਇਹ ਮੁੱਦੇ ਨਹੀਂ ਹੱਲ ਹੋਣਗੇ, ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ। ਇਹ ਬਿਲਕੁਲ ਇੱਕ ਇਹ ਕਹਿ ਲਈਏ ਕਿ ਅਣਖ ਦਾ ਸਵਾਲ ਬਣਾ ਚੁੱਕਾ ਹੈ ਪੰਜਾਬ ਦਾ ਕਿਸਾਨ। ਲੇਕਿਨ ਉਹਦਾ ਇਹ ਵੀ ਕਹਿਣਾ ਕਿ ਮੇਰੀ ਅਣਖ ਨਹੀਂ ਹੈ, ਮੇਰੀ ਢਿੱਡ ਦੀ ਗੱਲ ਹੈ, ਮੇਰੇ ਨਸਲਾਂ ਦੀ ਗੱਲ ਹੈ। ਅੱਜ ਮੇਰੀਆਂ ਜਨਰੇਸ਼ਨ ਜੋ ਕਿਸਾਨ ਦੀ ਥਿੰਕਿੰਗ ਹੈ ਕਿ ਉਹਦੇ ਇਸ ਕਾਨੂੰਨ ਆਉਣ ਨਾਲ ਉਹਦੀ ਰੋਟੀ ਦੇ ਉੱਤੇ, ਉਹਦੀਆਂ ਆਉਣ ਵਾਲੀ ਜਨਰੇਸ਼ਨ ਦੇ ਉੱਤੇ ਉਹਦਾ ਬਹੁਤ ਬੁਰਾ ਅਸਰ ਪਊਗਾ। ਜੀ ਜੀ, ਥੈਂਕ ਯੂ ਵੈਰੀ ਮਚ। ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਹਰਕਮਲ ਜੀ ਇਸ ਮੁੱਦੇ ਤੇ ਤੁਹਾਡੇ ਤੋਂ ਵੀ ਛੋਟਾ ਜਿਹਾ ਜਵਾਬ ਲੈਣਾ ਚਾਹਾਂਗਾ। ਜੋ ਕਮੈਂਟਸ ਜਿਹੜੇ ਹੈਗੇ, ਟਿੱਪਣੀ ਗੁਰਪ੍ਰੀਤ ਜੀ ਨੇ ਕੀਤੀ ਹੈ, ਮੈਂ ਤੁਹਾਡਾ ਜਵਾਬ ਲੈਣ ਵੇਲੇ ਇੱਕ ਹੋਰ ਮਾਮਲਾ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਹੈ। ਉਹ ਹੈ ਕਿ ਇੱਕ ਅਮਰੀਕੀ ਕੰਪਨੀ ਨੇ 7.77 ਕਰੋੜ ਰੁਪਏ ਦੇ ਕਿਰਾਇਆ ਸਾਲਾਨਾ ਜਿਹੜਾ ਹੈਗਾ ਉਹਦਾ ਇੱਕ ਕਿਸੇ ਪੰਜਾਬ ਦਾ ਜਿਹੜਾ ਵੱਡਾ ਜਿਹੜਾ ਹੈਗਾ ਰਾਜਸੀ ਘਰਾਣਾ ਹੈ, ਉਸਦਾ ਕੋਈ ਜਿਹੜਾ ਹੈਗਾ ਮਾਲ ਜਿਹੜਾ ਹੈਗਾ ਉਹ ਕੰਟਰੈਕਟ ਦੇ ਉੱਤੇ ਲਿਆ। ਤੇ ਹੁਣ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਉਸਦਾ ਵੀ ਵਿਰੋਧ ਸ਼ੁਰੂ ਹੋ ਗਿਆ ਹੈ। ਜਾਨੀ ਇਸ ਤਰੀਕੇ ਨਾਲ ਜਿਹੜੇ ਰਾਜਸੀ ਘਰਾਣਿਆਂ ਤੇ ਕਾਰਪੋਰੇਟ ਹਾਊਸਿਸ ਦੇ ਆਪਸ ਵਿੱਚ ਦੀ ਘਿਓ ਖਿਚੜੀ ਸੀ ਕਿ ਇੱਕ ਦੂਜੇ ਨਾਲ ਲੈਣ ਦੇਣ ਕਰਦੇ ਸੀ। 25-25 30 ਸਾਲ ਦੇ ਕੰਟਰੈਕਟ ਸੀ। ਹੁਣ ਇਹ ਬਹੁਤ ਵੱਡੀ ਇੱਕ ਹਿਲਜੁਲ ਨਜ਼ਰ ਆ ਰਹੀ ਹੈ ਜਦੋਂ ਛਾਨਣੀਆਂ ਲੱਗਣੀਆਂ ਸ਼ੁਰੂ ਹੋਈਆਂ। ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਏ। ਇਹ ਜਿਹੜੇ ਕਾਰਪੋਰੇਟ ਘਰਾਣਿਆਂ ਨੇ ਪੰਜਾਬ ਵਿੱਚ ਮਗਰਲੇ ਸਾਲਾਂ ਦੌਰਾਨ ਆਪਣੇ ਪੈਰ ਫੈਲਾਏ ਨੇ, ਉਹ ਸਿਆਸੀ ਲੋਕਾਂ ਦੀ ਮਦਦ ਤੋਂ ਬਿਨਾਂ ਨਹੀਂ ਸੀ। ਅਸੀਂ ਦੇਖਦੇ ਰਹੇ ਹਾਂ, ਤੁਸੀਂ ਵੀ ਦੇਖਿਆ ਮਗਰਲੇ ਸਾਲਾਂ 'ਚ ਜਦੋਂ ਅੰਬਾਨੀ ਪੰਜਾਬ 'ਚ ਆਉਂਦਾ ਰਿਹਾ ਜਾਂ ਅਡਾਨੀ ਪੰਜਾਬ 'ਚ ਆਉਂਦੇ ਰਹੇ ਨੇ, ਜਾਂ ਜਿਹੜੇ ਬਾਕੀ ਵੱਡੇ ਇਹੋ ਜਿਹੇ ਘਰਾਣੇ ਪੰਜਾਬ 'ਚ ਆਉਂਦੇ ਰਹੇ ਨੇ, ਉਹਨਾਂ ਦਾ ਕਿਵੇਂ ਸਵਾਗਤ ਹੁੰਦਾ ਸੀ, ਕਿਵੇਂ ਸਰਕਾਰਾਂ ਉਹਨਾਂ ਦੇ ਅੱਗੇ ਪਿੱਛੇ ਫਿਰਦੀਆਂ ਸੀ। ਔਰ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸ ਢੰਗ ਦੇ ਨਾਲ ਉਹਨਾਂ ਤੋਂ ਜ਼ਾਤੀ ਲਾਭ ਕੁਝ ਸਿਆਸਤਦਾਨਾਂ ਨੇ ਉਠਾਏ ਹੈਗੇ ਨੇ। ਆਮ ਲੋਕਾਂ ਦੀ ਭਾਵੇਂ ਇਹ ਧਿਆਨ 'ਚ ਗੱਲਾਂ ਹੁਣ ਆਉਣੀਆਂ ਸ਼ੁਰੂ ਹੋਈਆਂ, ਲੇਕਿਨ ਇਹ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ, ਇਹਨਾਂ ਦੇ ਤੌਰ ਤਰੀਕੇ ਇਹੋ ਜਿਹੇ ਨੇ ਕਿ ਜਿੱਥੇ ਜਾਂਦੇ ਨੇ ਪਹਿਲਾਂ ਇਹ ਉੱਥੋਂ ਦੇ ਸਿਆਸਤਦਾਨਾਂ ਨੂੰ ਜਾ ਕੇ ਆਪਣੇ ਹੱਥਾਂ 'ਚ ਲੈਂਦੇ ਨੇ, ਉਹਨਾਂ ਨੂੰ ਕਰਪਟ ਕਰਦੇ ਨੇ, ਔਰ ਫਿਰ ਉੱਥੋਂ ਦੀ ਜਿਹੜੀ ਜਨਤਾ ਹੈਗੀ ਹੈ, ਆਮ ਜਨਤਾ, ਉਹਦੀ ਲੁੱਟ ਕਰਦੇ ਨੇ। ਔਰ ਇਹੋ ਪੰਜਾਬ 'ਚ ਹੋਣ ਜਾ ਰਿਹਾ। ਜਿਵੇਂ ਗੁਰਪ੍ਰੀਤ ਜੀ ਨੇ ਦੱਸਿਆ ਹੈਗਾ ਕਿ 2017 ਤੋਂ ਤੁਸੀਂ ਦੇਖੋ ਇਹ ਸੈਲੋਜ਼ ਬਣਾਉਣ 'ਚ ਲੱਗੇ ਹੋਏ ਨੇ। ਜਿੰਨੇ ਵੱਡੀਆਂ ਕੰਪਨੀਆਂ ਨੇ, ਇਹਨਾਂ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਇਹ ਸੈਲੋਜ਼ ਬਣਾਏ ਨੇ, ਜ਼ਮੀਨਾਂ ਲਈਆਂ, ਉਹਨਾਂ ਦੀ ਐਕਸਪੈਂਸ਼ਨ ਕਰ ਰਹੇ ਨੇ। ਇਹਦਾ ਮਤਲਬ ਕਿ ਦੁਨੀਆ 'ਚ ਜਿਹੜੀਆਂ ਅੱਜ 5 ਕੰਪਨੀਆਂ ਅਨਾਜ ਨੂੰ ਕੰਟਰੋਲ ਕਰਦੀਆਂ ਦੁਨੀਆ ਦੇ ਅਨਾਜ ਨੂੰ, ਉਹਨਾਂ ਦੇ ਪੰਜਾਬ 'ਚ ਵੀ ਇੰਟਰਸਟ ਹੋ ਸਕਦੇ ਨੇ। ਪੰਜਾਬ ਇੱਕ ਬਹੁਤ ਵੱਡਾ ਅਨਾਜ ਦਾ ਪ੍ਰੋਡਿਊਸਰ ਹੈਗਾ, ਹਿੰਦੁਸਤਾਨ 'ਚ ਵੀ ਇੰਟਰਸਟ ਹੋ ਸਕਦੇ ਨੇ। ਮੇਰੇ ਖਿਆਲ 'ਚ ਉਹਨਾਂ ਨੇ ਕੋਸ਼ਿਸ਼ ਕੀਤੀ ਹੋਣੀ ਹੈ ਕਿ ਅਸੀਂ ਪੰਜਾਬ 'ਚ ਵੀ ਆ ਕੇ ਆਪਣਾ ਜਿਹੜਾ ਕਾਰੋਬਾਰ ਫੈਲਾਈਏ। ਉਸ ਕੋਸ਼ਿਸ਼ ਉਹਨਾਂ ਨੇ ਭਾਰਤ ਸਰਕਾਰ ਦੀ ਵੀ ਮਦਦ ਲਈ, ਪੰਜਾਬ ਵਾਲਿਆਂ ਦੀ ਵੀ ਮਦਦ ਲਈ। ਇਹ ਠੀਕ ਹੈ, ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਬਹੁਤਾ ਪਹਿਲਾਂ ਪਤਾ ਨਹੀਂ ਲੱਗਾ ਹੈਗਾ, ਅੱਜ ਇਹ ਧਿਆਨ 'ਚ ਆ ਗਿਆ ਹੈਗਾ। ਪਰ ਮੈਨੂੰ ਲੱਗਦਾ ਕਿ ਜਿਸ ਢੰਗ ਦੇ ਨਾਲ ਪੰਜਾਬ ਦਾ ਕਿਸਾਨ ਅੱਜ ਜਾਗਰੂਕ ਹੋ ਗਿਆ, ਹੁਣ ਇਹ
ਜਿਹੜੇ ਇਹੋ ਜਿਹੀਆਂ ਕਨਸਪੀਰੇਸੀਜ਼ ਨੂੰ ਕਾਮਯਾਬ ਕਰਨਾ ਬਹੁਤ ਮੁਸ਼ਕਲ ਹੋਏਗਾ। ਪੰਜਾਬ ਦਾ Okay. ਕਿਸਾਨ ਇਹਦੀ ਇਜਾਜ਼ਤ ਨਹੀਂ ਦੇਗਾ। ਇੱਕ ਟਕੈਤ ਜੀ ਨੇ ਤੁਸੀਂ ਪੜ੍ਹਿਆ ਹੋਣਾ 2 ਦਿਨ ਪਹਿਲਾਂ ਇੱਕ ਬਿਆਨ ਦਿੱਤਾ ਹੈ। ਉਹ ਕਹਿੰਦੇ ਜੀ ਅਸੀਂ 26 ਜਨਵਰੀ ਨੂੰ ਸੋਚ ਰਹੇ ਹਾਂ ਕਿ ਤਿਰੰਗੇ ਝੰਡੇ ਲਾ ਕੇ ਔਰ 1 ਲੱਖ ਟਰੈਕਟਰ ਲੈ ਕੇ ਅਸੀਂ ਵੀ ਦਿੱਲੀ 'ਚ ਆਜ਼ਾਦੀ ਮਨਾਉਣ ਜਾਈਏ। ਮੈਨੂੰ ਲੱਗਦਾ ਜੇ ਇਹੋ ਜਿਹਾ ਕੋਈ ਉਹਨਾਂ ਦਾ ਕੋਈ ਪ੍ਰੋਗਰਾਮ ਹੈਗਾ, ਜਿਵੇਂ ਬਾਕੀ ਕਿਸਾਨ ਆਗੂ ਵੀ ਗੱਲ ਕਰ ਰਹੇ ਨੇ, ਜੇ ਇਹੋ ਜਿਹਾ ਕੋਈ ਪ੍ਰੋਗਰਾਮ ਬਣ ਗਿਆ 1 ਲੱਖ ਟਰੈਕਟਰ ਦਿੱਲੀ ਲੈ ਕੇ ਜਾਣ ਦਾ, ਮੈਨੂੰ ਲੱਗਦਾ ਉਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਘਟਨਾ ਹੋ ਜਾਏਗੀ ਜਿਹਨੂੰ ਭਾਰਤ ਸਰਕਾਰ ਲਈ ਸੰਭਾਲਣਾ ਜਾਂ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ। ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹ ਆਜ਼ਾਦੀ ਸਮਾਗਮ 'ਚ ਸ਼ਮੂਲੀਅਤ ਲਈ ਹਿੰਦੁਸਤਾਨ ਆ ਰਹੇ ਹੈਗੇ ਨੇ, ਔਰ ਜੇ ਕਿਸਾਨਾਂ ਨੇ ਕੋਈ ਇਹੋ ਜਿਹਾ ਆਪਣਾ ਪ੍ਰੋਗਰਾਮ ਨਾਲ ਬਣਾ ਲਿਆ, ਉਹ ਭਾਰਤ ਸਰਕਾਰ ਲਈ ਤਾਂ ਇੱਕ ਬਹੁਤ ਵੱਡੀ ਹੋਰ ਸਿਰਦਰਦੀ ਹੋ ਜਾਏਗੀ। ਜੀ ਜੀ, ਬਹੁਤ ਵੱਡੀ ਚੁਣੌਤੀ ਕਿ ਉਹ ਤੇ ਇਨਕਲਾਬ ਵਾਲੀ ਗੱਲ ਬਣ ਜਾਏਗੀ। ਕਈ ਕੰਟਰੀਜ਼ ਤੇ ਇਹਨਾਂ ਜੇ ਮੌਬ ਕਿਸੇ ਉਹਨਾਂ ਦੇ ਕੈਪੀਟਲ 'ਚ ਚਲਾ ਜਾਏ, ਉੱਥੇ ਰਾਜ ਪਲਟੇ ਹੋ ਜਾਂਦੇ ਨੇ। ਮੈਨੂੰ ਲੱਗਦਾ ਕਿ ਕੇਂਦਰ ਲਈ ਵੀ ਹੁਣ ਇਸ ਵੇਲੇ ਸਿਚੁਏਸ਼ਨ ਬਹੁਤ ਖਰਾਬ ਹੈਗੀ ਏ, ਔਰ ਉਹਨਾਂ ਨੂੰ ਵੀ ਕੁਝ ਨਾ ਕੁਝ ਸੋਚਣਾ ਪਏਗਾ। ਉਹਨਾਂ ਨੂੰ ਇਹ ਜਿਹੜੇ ਖੇਤੀ ਕਾਨੂੰਨ ਰੱਦ ਕਰਨ ਵਾਲੇ ਪਾਸੇ ਅੱਗੇ ਵਧਣਾ ਪਏਗਾ। ਓਕੇ, ਥੈਂਕ ਯੂ ਵੈਰੀ ਮਚ ਹਰਕਮਲ ਜੀ। ਇਸ ਮੁੱਦੇ ਤੇ ਫਿਰ ਆਪਾਂ ਵਾਪਸ ਆਉਂਦੇ ਹਾਂ। ਛੋਟੀ ਜੀ ਬ੍ਰੇਕ ਤੋਂ ਬਾਅਦ ਇੰਨੇ ਮੁੱਦਿਆਂ ਤੇ ਆ ਰਹੇ ਹਾਂ ਵਾਪਸ। ਸੀਨੀਅਰ ਜਰਨਲਿਸਟ ਕਿਸਾਨੀ ਮੁੱਦਿਆਂ ਤੇ ਇਸ ਕਾਰਨ ਜਿਹੜੀ ਰਾਜਸੀ ਤੌਰ ਤੇ ਪੈਦਾ ਹੋਈ ਸਥਿਤੀ ਹੈ ਉਹਦੇ ਬਾਰੇ ਕੀ ਟਿੱਪਣੀਆਂ ਕਰਨਗੇ, ਇਹਨਾਂ ਮੁੱਦਿਆਂ ਤੇ ਲਵਾਂਗੇ ਆਪਾਂ ਉਹਨਾਂ ਦੇ ਵਿਚਾਰ। ਨਿੱਕੀ ਜੀ ਬ੍ਰੇਕ ਦੇ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਰਾਸ਼ੀ ਜੀ, ਜਦੋਂ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ ਤੇ ਇਸ ਦਾ ਪੋਲੀਟੀਕਲ ਸਿਸਟਮ ਤੇ ਕੀ ਇੰਪੈਕਟ ਪੈ ਰਿਹਾ ਹੈ, ਮੈਂ ਖਾਸ ਤੌਰ ਤੇ ਹਰਿਆਣੇ ਦੇ ਮੁੱਦੇ ਤੇ ਤੁਹਾਡੇ ਤੋਂ ਸਵਾਲ ਲੈਣਾ ਚਾਹਾਂਗਾ, ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਕਿਸਾਨੀ ਅੰਦੋਲਨ ਦਾ ਪੇਂਡੂ ਖੇਤਰ ਨਾਲ ਸੰਬੰਧਿਤ ਹੈ, ਇਹਦਾ ਸ਼ਹਿਰੀ ਖੇਤਰਾਂ ਤੇ ਕੋਈ ਪ੍ਰਭਾਵ ਨਹੀਂ ਪਏਗਾ, ਕਿਉਂਕਿ ਹੋਰ ਕੁਝ ਸਮੇਂ ਬਾਅਦ ਪੰਜਾਬ ਦੀਆਂ ਚੋਣਾਂ ਵੀ ਆਉਣ ਵਾਲੀਆਂ, ਆਪਾਂ ਉੱਤੇ ਅਕਸਰ ਚਰਚਾ ਕਰਦੇ ਰਹਾਂਗੇ। ਪਰ ਹਰਿਆਣੇ 'ਚ ਜਿਹੜੀਆਂ ਇੱਕ ਦਿਨ ਪਹਿਲਾਂ ਮਿਊਨਿਸਪਲ ਕਾਰਪੋਰੇਸ਼ਨਾਂ ਤੇ ਮਿਊਨਿਸਪਲ ਕਮੇਟੀਆਂ ਦੇ ਨਤੀਜੇ ਆਏ ਹੈ, ਉਹਦੇ 'ਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਚੌਟਾਲਾ ਪਰਿਵਾਰ ਹੈ, ਜਿਹੜਾ ਉਹਨਾਂ ਦਾ ਗੱਠਜੋੜ ਹੈ, ਉਹਨਾਂ ਨੂੰ ਬਹੁਤ ਵੱਡਾ ਇੱਕ ਝਟਕਾ ਲੱਗਿਆ, ਕਿਉਂਕਿ ਭਾਜਪਾ ਨੂੰ ਕੇਵਲ ਇੱਕ ਪੰਚਕੂਲਾ ਦੀ ਜਿਹੜੀ ਕਾਰਪੋਰੇਸ਼ਨ ਹੈ ਉਹਦੇ ਤੇ ਜਿੱਤ ਹਾਸਲ ਹੋਈ ਹੈ, 2 ਕਾਰਪੋਰੇਸ਼ਨਾਂ ਤੇ ਉਹ ਹਾਰੇ ਹੈ। ਇਸੇ ਤਰੀਕੇ ਨਾਲ ਅਕਲਾਣਾ ਤੇ ਹੋਰ ਕਈ ਜਿਹੜੀਆਂ ਮਿਊਨਿਸਪਲ ਕਮੇਟੀਆਂ ਹੈਗੀਆਂ, ਉੱਥੇ ਜਿਹੜਾ ਹੈਗਾ ਚੌਟਾਲਾ ਪਰਿਵਾਰ ਜਿਹੜਾ ਸੱਤਾ ਦੇ ਵਿੱਚ ਹੈ ਤੇ ਭਾਜਪਾ ਗੱਠਜੋੜ, ਇਹਨਾਂ ਨੂੰ ਹਾਰ ਹੋਈ ਹੈ। ਇਸ ਤਰ੍ਹਾਂ ਕਿਤੇ ਪ੍ਰਸ਼ਨ ਜੀ ਇਹ ਵੀ ਲੱਗ ਰਿਹਾ ਹੈ ਕਿ ਕਿਸਾਨੀ ਅੰਦੋਲਨ ਦਾ ਸ਼ਹਿਰੀ ਹਲਕਿਆਂ 'ਚ ਵੀ ਰਾਜਸੀ ਤੌਰ ਤੇ ਜਿਹੜਾ ਹੈਗਾ ਇੱਕ ਪ੍ਰਭਾਵ ਨਜ਼ਰ ਆ ਰਿਹਾ। ਬੇਸ਼ੱਕ ਮੀਡੀਆ ਨੇ ਇਸ ਹਿੱਸੇ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਵਧਾ ਕੇ ਇਸ ਗੱਲ ਨੂੰ ਪੇਸ਼ ਨਹੀਂ ਕੀਤਾ, ਪਰ ਕਿਤੇ ਜੋ ਮੁੱਢਲੇ ਦਿਨਾਂ 'ਚ ਇਹ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ, ਉਦੋਂ ਤਾਂ ਲੱਗਦਾ ਜੇ ਕਿਸਾਨੀ ਅੰਦੋਲਨ ਲੰਬਾ ਚੱਲਿਆ ਤਾਂ ਕਿਸਾਨੀ ਧਿਰਾਂ ਦੇ ਮਾਮਲਿਆਂ ਨੂੰ ਲੈ ਕੇ ਰਾਜਸੀ ਧਿਰਾਂ ਲਈ ਆਉਣ ਵਾਲੇ ਦਿਨ ਵਧੇਰੇ ਚਿੰਤਾਤੁਰ ਹੋ ਸਕਦੇ ਹੈ। ਜਗਤਾਰ ਜੀ, ਜਿਹੜੇ ਹਰਿਆਣੇ 'ਚ ਇਲੈਕਸ਼ਨ ਤੁਸੀਂ ਗੱਲ ਕਰ ਰਹੇ ਹੋ, ਉਹਦੇ ਜਿਹੜੇ ਰਿਜ਼ਲਟ ਆਏ ਆ ਕੱਲ, ਉਹ ਬੜੇ ਇੰਟਰਸਟਿੰਗ ਹੈ, ਔਰ ਇਸ ਤੋਂ ਬੜਾ ਕਲੀਅਰ ਹੈ ਕਿ ਭਾਜਪਾ ਨੂੰ ਹਰ ਜਗ੍ਹਾ ਜਿਹੜੀ ਹੈ ਮਾਰ ਪੈ ਰਹੀ ਹੈ। ਹੁਣ ਹਰਿਆਣੇ ਵਿੱਚ ਕਈ ਜਗ੍ਹਾ ਇਲੈਕਸ਼ਨ ਹੋਏ ਆ, ਪੰਚਕੂਲੇ ਨੂੰ ਛੱਡ ਕੇ ਇਹਨਾਂ ਨੂੰ ਹਰ ਜਗ੍ਹਾ ਨਮੋਸ਼ੀਆ ਸਾਹਮਣਾ ਕਰਨਾ ਪਿਆ। ਚਾਹੇ ਪੰਚਕੂਲੇ ਦੇ ਵਿੱਚ ਇਹਨਾਂ ਦੇ ਚਾਹੇ ਪਾਰਟੀ ਜਿੱਤ ਗਈ ਹੈ, ਲੇਕਿਨ ਅੰਬਾਲੇ ਦੇ ਵਿੱਚ ਤੁਹਾਡਾ ਪੁਰਾਣਾ ਦੋਸਤ ਵਿਨੋਦ ਸ਼ਰਮਾ, ਉਹਨਾਂ ਦੀ ਜਿਹੜੀ ਧਰਮ ਪਤਨੀ ਹੈਗੀ ਹੈ ਸ਼ਕਤੀ ਰਾਣੀ, ਉਹ ਮੇਅਰ ਦੇ ਤੌਰ ਤੇ ਇਲੈਕਟ ਹੋਈ ਹੈ ਔਰ ਐਜ਼ ਇੰਡੀਪੈਂਡੈਂਟ ਹੋਈ ਹੈ। ਔਰ ਇਸੇ ਤਰ੍ਹਾਂ ਬਾਕੀ ਜਗ੍ਹਾ ਹੈਗਾ, ਉੱਥੇ ਵੀ ਜਿਹੜਾ ਹੈ ਭਾਜਪਾ ਨੂੰ ਜਿਹੜੀ ਹੈ ਉਹ ਨਮੋਸ਼ੀਆ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਬੜਾ ਕਲੀਅਰ ਹੈ ਕਿ ਜਿਸ ਜ਼ਿੱਦਬਾਜ਼ੀ ਦੇ ਨਾਲ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਹੈ ਉਹ ਕਿਸਾਨਾਂ ਦੇ ਇਹੋ ਜਿਹੇ ਜਿਹੜੇ ਜਵਲੰਤ ਮੁੱਦੇ ਹੈ ਔਰ ਉਹਨਾਂ ਦਾ ਜਿਹੜਾ ਕੰਸਰਨ ਹੈ ਉਹਨਾਂ ਨੂੰ ਐਡਰੈਸ ਕਰਨ ਦੇ ਵਿੱਚ ਜ਼ਿੱਦਬਾਜ਼ੀ ਕਰਦੇ ਰਹੀ ਹੈ, ਉਹਦੇ ਨਾਲ ਮੈਸੇਜ ਲੋਕਾਂ ਦੇ ਵਿੱਚ ਨਹੀਂ ਗਿਆ। ਔਰ ਇਹ ਹਰ ਜਗ੍ਹਾ ਜਿਹੜੇ ਹੈ ਆਪਣੇ ਧੱਕੇਸ਼ਾਹੀ ਚਲਾਉਣ ਦੀ ਕੋਸ਼ਿਸ਼ ਕਰਦੇ ਹੈ। ਇਹਦੇ ਨਾਲ ਲੋਕਾਂ ਨੇ ਜਿਹੜਾ ਉਹਦਾ ਫਿਰ ਜਵਾਬ ਦੇਣਾ ਹੁਣ ਸ਼ੁਰੂ ਕਰ ਦਿੱਤਾ। ਹੁਣ ਚਾਹੇ ਉਹ ਹਰਿਆਣਾ 'ਚ ਹੋਣ, ਮੈਂ ਸਮਝਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨੂੰ ਕਈ ਹੋਰ ਸਟੇਟਾਂ ਦੇ ਵਿੱਚ ਜਿੱਥੇ ਲੋਕਾਂ ਦਾ ਸਾਹਮਣਾ ਕਰਨਾ ਪੈਣਾ, ਚਾਹੇ ਉਹ ਤਾਮਿਲਨਾਡੂ, ਚਾਹੇ ਉਹ ਬੰਗਾਲ ਹੈ, 3-4 ਹੋਰ ਸਟੇਟਾਂ ਹੈਗੀਆਂ, ਉਹ ਵੀ ਇਹਨਾਂ ਲਈ ਬੜਾ ਭਾਰੀ ਟੈਸਟਿੰਗ ਪੀਰੀਅਡ ਹੋਏਗਾ। ਔਰ ਮੋਦੀ ਸਰਕਾਰ ਨੂੰ ਹਲੇ ਵੀ ਕੁਝ ਨਹੀਂ ਮਿਲਿਆ, ਆਪਣਾ ਕੋਰਸ ਕਰੈਕਸ਼ਨ ਕਰਨਾ ਚਾਹੀਦਾ, ਲੋਕਾਂ ਦੀ ਆਵਾਜ਼ ਜਿਹੜੀ ਉਹ ਸੁਣਨੀ ਚਾਹੀਦੀ ਹੈ ਔਰ ਜ਼ਬਰਦਸਤੀ ਆਪਣੀ ਗੱਲ ਮਨਵਾਉਣ ਦੇ ਵਿੱਚ ਇਸ ਤੋਂ ਗੁਰੇਜ਼ ਕਰਨਾ ਚਾਹੀਦਾ। ਔਰ ਤੀਜੀ ਗੱਲ ਇਹ ਹੈ ਕਿ ਜਿਹੜੇ ਉਹ ਆਪਣੇ ਡਿਕਟੇਟਰਾਂ ਨਾਲ ਢੰਗ ਨਾਲ, ਚਾਹੇ ਉਹ ਮੀਡੀਆ ਹੈ, ਚਾਹੇ ਉਹ ਹੋਰ ਸਰਕਾਰੀ ਇੰਸਟੀਟਿਊਸ਼ਨ ਹੈ ਜਾਂ ਈਵਨ ਗਵਰਨਰ ਹੈਗੇ ਹੈ,
ਉਹਨਾਂ ਨੂੰ ਇਸਤੇਮਾਲ ਕਰਕੇ ਜਿਹੜੀ ਪੋਪੂਲਰਲੀ ਇਲੈਕਟਡ ਗਵਰਨਮੈਂਟਸ ਹੈ, ਚਾਹੇ ਉਹ ਪੰਜਾਬ ਦੀ ਹੈ, ਚਾਹੇ ਉਹ ਵੈਸਟ ਬੰਗਾਲ ਦੀ ਹੈ ਜਾਂ ਕਿਤੇ ਹੋਰ ਹੈ, ਉਸ ਤੋਂ ਜਿਸ ਤਰ੍ਹਾਂ ਉਹ ਯੂਜ਼ ਕਰਕੇ ਆਪਣੇ ਢੰਗ ਨਾਲ, ਈਵਨ ਗਵਰਨਰ ਤੋਂ ਇਲਾਵਾ ਜਿਹੜੇ ਹੋਰ ਇਨਫੋਰਸਮੈਂਟ ਡਾਇਰੈਕਟੋਰੇਟ ਹੈਗੇ ਆ, ਇਨਕਮ ਟੈਕਸ ਡਿਪਾਰਟਮੈਂਟ ਦੀਆਂ ਰੇਡਾਂ ਹੈ, ਉਹ ਆਪਣੇ ਜਿੰਨੇ ਵੀ ਮੁਖਾਲਿਫ ਹੈ ਉਹਨਾਂ ਨੂੰ ਭੈਭੀਤ ਕਰਨ ਲਈ, ਉਹਨਾਂ ਨੂੰ ਓਵਰਆਲ ਕਰਨ ਲਈ ਇਹਨਾਂ ਦਾ ਬੜਾ ਧੜੱਲੇ ਨਾਲ ਇਸਤੇਮਾਲ ਕਰਦੇ ਆ। ਔਰ ਮੈਂ ਸਮਝਦਾ ਕਿ ਬੇਸ਼ਰਮੀ ਨਾਲ ਕਰਦੇ ਆ ਔਰ ਫਿਰ ਉਹਨੂੰ ਡਿਫੈਂਡ ਕਰਦੇ ਆ। ਇਹ ਲੋਕੀ ਜਿਹੜੇ ਅੱਜ ਕੱਲ੍ਹ ਜਿਹੜੇ ਬੜੇ ਸਮਝਦਾਰ ਹੈ, ਉਹ ਸਾਰੀਆਂ ਗੱਲਾਂ ਸਮਝਦੇ ਆ ਕਿ ਸਰਕਾਰ ਜਿਹੜੀ ਹੈ ਇਹ ਆਪਣੇ ਵਿਰੋਧੀਆਂ ਨੂੰ ਡਰਾਉਣ, ਧਮਕਾਉਣ ਤੇ ਉਹਨਾਂ ਨੂੰ ਯਰਕਾਉਣ ਲਈ ਹਥਕੰਡੇ ਇਸਤੇਮਾਲ ਕਰ, ਔਰ ਉਹਦਾ ਜਿਹੜਾ ਹੁਣ ਮੈਂ ਸਮਝਦਾ ਕਿ ਰਿਐਕਸ਼ਨ ਆਉਣਾ ਸ਼ੁਰੂ ਹੋ ਗਿਆ। ਔਰ ਜਗਤਾਰ ਜੀ ਤੁਸੀਂ ਹੋਰ ਦੇਖੋ, ਜਿਸ ਤਰ੍ਹਾਂ ਕਿ ਮੈਨੂੰ ਪੂਰੀ ਉਮੀਦ ਹੈ ਕਿ ਇਸ ਸੰਘਰਸ਼ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਹੈ ਉਹ ਜਿਹੜੀ ਹੈ ਇਹ ਵਿਜয়ੀ ਹੋ ਕੇ ਦਿੱਲੀ ਤੋਂ ਪਰਤਣਗੀਆਂ ਔਰ ਉਹਨਾਂ ਦੀ ਮੰਗੀਆਂ ਜਿਹੜੀਆਂ ਮੰਗਾਂ ਉਹ ਮੰਨੀਆਂ ਜਾਣਗੀਆਂ। ਇਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਜੇ ਉਹ ਕੱਲ੍ਹ ਉਹ ਕਾਮਯਾਬ ਹੋ ਜਾਂਦੇ ਆ ਤਾਂ ਇਹਦਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਕਿੰਨਾ ਵੱਡਾ ਅਸਰ ਪਏਗਾ। ਇਸ ਵੇਲੇ ਅਕਾਲੀ ਦਲ ਖੁੱਡੇ ਨਾਲ ਲੱਗਿਆ ਹੋਇਆ, ਆਮ ਆਦਮੀ ਪਾਰਟੀ ਮਾਰ ਰਹੀ ਹੈ। ਸਰ ਮੈਂ ਤੁਹਾਨੂੰ ਵਿੱਚੋਂ ਟੋਕ ਕੇ ਤੁਹਾਡੇ ਮੁੱਦੇ ਤੇ ਸਵਾਲ ਲੈਣਾ ਚਾਹੁੰਦਾ ਹੈ। ਪੰਜਾਬ ਦੇ, ਮੈਂ ਚਲੋ ਆਪਾਂ ਨਾਂ ਨਹੀਂ ਲੈਂਦੇ, ਕਿਸੇ ਪੋਲੀਟੀਕਲ ਪਾਰਟੀ ਦੇ ਸੀਨੀਅਰ ਨੇਤਾ ਨੇ ਜਰਨਲਿਸਟ ਨਾਲ ਗੱਲਬਾਤ ਕਰਦੇ ਹੋਏ ਕਹਿੰਦਾ ਯਾਰ ਇਹ ਦਿੱਲੀ ਤੋਂ ਜਦੋਂ ਵਾਪਸ ਆ ਜਾਣਗੇ ਉਦੋਂ ਤੱਕ ਸਾਡਾ ਰਾਜਸੀ ਧਿਰਾਂ ਦਾ ਕੁਝ ਬਚੇਗਾ ਵੀ ਕਿ ਨਹੀਂ ਬਚੇਗਾ, ਇਹੋ ਜਿਹੀ ਚਿੰਤਾ ਹੋ ਗਈ ਹੈ ਇਸ ਵੇਲੇ। ਬਿਲਕੁਲ ਜੀ, ਰਾਤ ਦੀ ਨੀਂਦਾਂ ਹਰਾਮ ਹੈ। ਤੁਸੀਂ ਜਗਤਾਰ ਜੀ ਇਹ ਦੇਖੋ ਕਿ ਕੱਲ੍ਹ ਨੂੰ ਜੇ ਇਹ ਕਾਮਯਾਬ ਹੋ ਕੇ ਕਿਸਾਨ ਜਥੇਬੰਦੀਆਂ ਪੰਜਾਬ 'ਚ ਆ ਕੇ ਇਹ ਕਹਿ ਕੇ ਕਿ ਅਸੀਂ ਆਪਣੇ ਹਿੱਤਾਂ ਦੀ ਰੱਖਿਆ ਲਈ ਅਸੀਂ ਆਪ ਪੋਲੀਟੀਕਲ ਜਿਹੜੀ ਪਾਰਟੀ ਬਣਾ ਕੇ ਲੜਨੇ ਇਲੈਕਸ਼ਨ, ਔਰ ਇਲੈਕਸ਼ਨ ਦੇਖੋ ਕੋਈ ਬਹੁਤ ਦੂਰ ਨਹੀਂ ਹੈ, ਸਾਲ ਦਾ ਟਾਈਮ ਰਹਿ ਗਿਆ। ਅਗਰ ਇਹੋ ਜਿਹੀ ਧਿਰ ਕੋਈ ਬਣ ਜਾਂਦੀ ਹੈ ਤੇ ਦੇਖੋ ਪੰਜਾਬ ਦੇ ਵਿੱਚ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਦਾ ਕੀ ਹਾਲ ਹੋਏਗਾ। ਅਕਾਲੀ ਦਲ ਉੱਦਾਂ ਬੈਕਫੁੱਟ ਤੇ ਹੈ, ਆਮ ਆਦਮੀ ਪਾਰਟੀ ਦੇ ਕੋਈ ਪੈਰ ਕਿਤੇ ਜੰਮ ਨਹੀਂ ਰਹੇ, ਕਾਂਗਰਸ ਪਾਰਟੀ ਜਿਹੜੀ ਹੈ ਉਹ ਚਾਹੇ ਬੈਠੀ ਹੈ ਜਿਵੇਂ, ਕਿਉਂਕਿ ਰਾਜ ਸੱਤਾ ਦਾ ਨਸ਼ਾ ਭੋਗ ਰਹੀ ਹੈ, ਪੂਰੇ ਲਾਭ ਉਠਾ ਰਹੀ ਹੈ, ਲੇਕਿਨ ਜਿਸੇ ਲੋਕਾਂ ਦਾ ਸਾਹਮਣਾ ਕਰਨਾ ਪਏਗਾ ਤਾਂ ਉਹਨਾਂ ਨੂੰ ਆਪਣੀ ਇੱਕ ਪ੍ਰਾਪਤੀ ਜਿਹੜੀ ਹੈ ਉਹ ਦੱਸਣੀ ਪਏਗੀ। ਉਹ ਪ੍ਰਾਪਤੀ ਉਹਨਾਂ ਦੀ ਬਹੁਤੀਆਂ ਹੈ ਨਹੀਂ। ਇਸ ਕਰਕੇ ਮੈਂ ਸਮਝਦਾ ਹਾਂ ਕਿ ਜੇ ਕਿਸਾਨ ਜਥੇਬੰਦੀਆਂ ਨੇ ਆਪਣੇ ਇੱਥੇ ਇੱਕ ਸਿਆਸੀ ਦਲ ਬਣਾ ਲਿਆ ਤਾਂ ਸਾਰੀਆਂ ਪਾਰਟੀ ਰਵਾਇਤੀਆਂ ਨੂੰ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਣੀ ਹੈ। ਉਹ ਪੰਜਾਬ ਦੇ ਵਿੱਚ ਬੜਾ ਭਾਰੀ ਇੱਕ ਇਨਕਲਾਬ ਆਏਗਾ। ਬਹੁਤ ਵੱਡੀ ਗੱਲ ਪ੍ਰਾਸ਼ੀ ਜੀ ਤੁਸੀਂ ਕਹਿ ਰਹੇ ਹੋ। ਮੈਂ ਹਰਕਮਲ ਜੀ ਤੋਂ ਵੀ ਇਸ ਮੁੱਦੇ ਤੇ ਜਵਾਬ ਲਵਾਂਗਾ। ਹਰਕਮਲ ਜੀ, ਜੋ ਪ੍ਰਾਸ਼ੀ ਜੀ ਨੇ ਕਿਹਾ ਕਿ ਕਿਸਾਨੀ ਅੰਦੋਲਨ ਦਾ ਕਿਸ ਤਰੀਕੇ ਨਾਲ ਪੰਜਾਬ ਤੇ ਪੋਲੀਟੀਕਲ ਇੰਪੈਕਟ ਪਏਗਾ, ਮੈਂ ਤੁਹਾਡਾ ਜਵਾਬ ਲੈਣ ਤੋਂ ਪਹਿਲਾਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਹਾਂ ਕਿ ਪੰਜਾਬ ਦੀ ਰਾਜਨੀਤੀ ਦੇ ਕਈ ਮਹੀਨੇ ਪਹਿਲਾਂ ਤਾਂ ਜਿਹੜੇ ਕਰੋਨਾ ਮਹਾਮਾਰੀ ਦੀ ਭੇਂਟ ਚੜ੍ਹ ਗਏ, ਹੁਣ ਕੁਝ ਮਹੀਨੇ ਹੋ ਗਏ ਆ ਕਿਸਾਨ ਅੰਦੋਲਨ ਜਿਸ ਤਰੀਕੇ ਨਾਲ ਚੱਲਿਆ ਵਾ, ਰਾਜਸੀ ਧਿਰਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਜਦੋਂ ਆਪਾਂ 2020 ਦੀ ਗੱਲ ਕਰਦੇ ਹਾਂ ਤਾਂ ਰਾਜਸੀ ਧਿਰਾਂ ਦਾ ਲੱਗਦਾ ਕਿ ਇਦਾਂ ਹੀ ਉਹਨਾਂ ਦਾ 2020 ਸਾਫ਼ ਹੋ ਗਿਆ, ਨਾ ਕੋਈ ਵੱਡੀਆਂ ਪੋਲੀਟੀਕਲ ਰੈਲੀਆਂ, ਨਾ ਹੋਰ ਸਾਰਾ ਸਾਡੇ ਵਰਗੇ ਜਿਹੜੇ ਮੀਡੀਆ ਵਾਲੇ ਆ ਜਾਂ ਹੋਰ ਉੱਥੇ ਜਾ ਕੇ ਜਿਹੜੀ ਬਿਆਨਬਾਜ਼ੀ ਕਰਦੇ ਆ। ਇਹ ਤੋਂ ਇਲਾਵਾ ਹੇਠਲੇ ਪੱਧਰ ਤੇ ਉਹਨਾਂ ਦੀ ਕੋਈ ਜਿਹੜੇ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ ਹਰਕਮਲ ਜੀ, ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਵੀ ਕਮੈਂਟ ਕੀਤੇ ਹੈ, ਗਵਰਨਰ ਨੂੰ ਤੇ ਇਦਾਂ ਦੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ ਕੇਂਦਰ ਵੱਲੋਂ ਇਸਤੇਮਾਲ ਕੀਤਾ ਜਾ ਰਿਹਾ ਹੈ। ਮੈਂ ਬਠਿੰਡਾ ਦੀ ਇੱਕ ਘਟਨਾ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਹਾਂ। ਬਠਿੰਡਾ ਦਾ ਅੱਜ ਬਹੁਤ ਵਾਵੀਲਾ ਉੱਠਿਆ, ਭਾਜਪਾ ਕਹਿ ਰਹੀ ਹੈ ਕਿ ਉਸ ਤਰੀਕੇ ਨਾਲ ਜੀ ਉੱਥੇ ਬੜਾ ਸਾਡੇ ਤੇ ਹਮਲਾ ਹੋਇਆ। ਹੁਣ ਕੱਲ ਜਿਹੜਾ ਹੈਗਾ ਭਾਜਪਾ ਦੇ ਵਰਕਰਾਂ ਨੇ ਉੱਥੇ ਕਾਂਗਰਸ ਦੇ ਇੱਕ ਨੇਤਾ ਦੀ ਜਿਹੜੀ ਅਰਥੀ ਫੂਕੀ ਪ੍ਰੋਟੈਸਟ ਕੀਤਾ, ਤਾਂ ਮੀਡੀਆ ਦੀਆਂ ਜਿਹੜੀਆਂ ਰਿਪੋਰਟਾਂ ਹਰਕਮਲ ਜੀ, ਉਹਦੇ ਮੁਤਾਬਕ 3 ਦਰਜਨ ਉੱਥੇ ਭਾਜਪਾ ਦੇ ਵਰਕਰ ਤੇ ਆਗੂ ਸੀ ਤੇ 200 ਪੁਲਿਸ ਵਾਲੇ ਸੀ। ਜੇ ਉਹ ਜੀ ਸਥਿਤੀ ਹੋਏਗੀ ਤਾਂ ਇਹਨਾਂ ਰਾਜਸੀ ਧਿਰਾਂ ਨੂੰ ਗਵਰਨਰ ਕਿੱਦਾਂ ਬਚਾ ਸਕਦੇ ਆ? ਜੀ ਹਰਕਮਲ ਜੀ। ਜਗਤਾਰ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਏ। ਇਹ ਤੁਸੀਂ ਦੇਖੋ ਕਿ ਭਾਜਪਾ ਦੇ ਜਿੰਨੇ ਲੀਡਰ ਨੇ ਇਸ ਵੇਲੇ ਜਿੱਥੇ ਵੀ ਜਾ ਰਹੇ ਨੇ, ਜਿੰਨਾ ਇਹਨਾਂ ਦਾ ਆਪਣਾ ਇਕੱਠ ਹੁੰਦਾ ਹੈ ਉਦੋਂ 4 ਗੁਣਾ ਉੱਥੇ ਸਿਕਿਉਰਿਟੀ ਫੋਰਸਿਸ ਦਾ ਪ੍ਰਬੰਧ ਹੁੰਦਾ ਹੈ। ਜੋ ਮੈਨੂੰ ਨਜ਼ਰ ਆ ਰਿਹਾ ਹੈ, ਜਿਵੇਂ ਤੁਸੀਂ ਕਿਹਾ ਹੈ, ਦੇਖੋ ਅੱਜ ਦੀ ਡੇਟ 'ਚ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਸਿਆਸੀ ਜਮਾਤਾਂ ਐਸਟੈਬਲਿਸ਼ਡ ਪਹਿਲਾਂ ਦੀਆਂ ਸੀ, ਚਾਹੇ ਉਹਨਾਂ 'ਚ ਅਕਾਲੀ ਦਲ ਏ, ਚਾਹੇ ਉਹਨਾਂ 'ਚ ਆਮ ਆਦਮੀ ਪਾਰਟੀ ਏ, ਚਾਹੇ ਉਹਨਾਂ 'ਚ ਕਾਂਗਰਸ ਹੈਗੀ ਏ, ਉਹਨਾਂ ਨੂੰ ਇਹ ਸਮਝ ਨਹੀਂ ਪੈ ਰਹੀ ਵੀ ਅਸੀਂ ਕਿੱਥੇ ਖੜੇ ਆ, ਸਾਡਾ ਕੀ ਬਣੇਗਾ। ਸ਼੍ਰੀ ਅਰਵਿੰਦ ਕੇਜਰੀਵਾਲ ਪਿਛਲੇ ਦਿਨਾਂ 'ਚ ਉੱਥੇ ਸਿੰਘੂ ਬਾਰਡਰ ਆ ਕੇ ਬੋਲ ਗਏ ਸਮਾਗਮ ਦੇ ਵਿੱਚ
ਕਾਂਗਰਸ ਔਰ ਅਕਾਲੀ ਇੰਨੇ ਘਬਰਾਏ ਉਸ ਗੱਲ ਤੋਂ ਕਿ ਜੀ ਕੀ ਇਹ ਮੂਵਮੈਂਟ ਜਿਹੜੀ ਹੈ ਕਿਤੇ ਕੱਲ ਨੂੰ ਆਪ ਨੂੰ ਸਪੋਰਟ ਤੇ ਨਹੀਂ ਕਰ ਦੇਗੀ। ਹਾਲਾਂਕਿ ਉਹਨਾਂ ਦਾ ਸਟੈਂਡ ਬੜਾ ਸਪਸ਼ਟ ਹੈ ਕਿ ਅਸੀਂ ਕਿਸੇ ਵੀ ਸਿਆਸੀ ਦਲ ਦੇ ਨਾਲ ਨਹੀਂ ਹੈਗੇ। ਪਰ ਅਸਲੀਅਤ ਇਹ ਵੇ ਕਿ ਥੱਲੇ ਲੋਕਾਂ ਦੇ ਵਿੱਚੋਂ ਇਹਨਾਂ ਪਾਰਟੀਆਂ ਨੂੰ, ਰਵਾਇਤੀ ਪਾਰਟੀਆਂ ਨੂੰ ਕੋਈ ਕਿਤੋਂ ਸਮਰਥਨ ਨਹੀਂ ਮਿਲ ਰਿਹਾ ਔਰ ਜਿਹੜੇ ਉਹਨਾਂ ਦੇ ਆਪਣੇ ਕਾਡਰ ਹੈਗੇ ਸੀ ਬਹੁਤ ਕਮਿਟਡ ਕਿਸਮ ਦੇ, ਉਹਨਾਂ ਨੂੰ ਛੱਡ ਕੇ ਜਿਹੜੀ ਆਮ ਜਨਤਾ, ਆਮ ਲੋਕ ਉਹਨਾਂ ਨੂੰ ਤਕਰੀਬਨ ਛੱਡ ਗਏ ਨਜ਼ਰ ਆ ਰਹੇ ਨੇ। ਔਰ ਉਹ ਇਹ ਵੀ ਮਹਿਸੂਸ ਕਰ ਰਹੇ ਨੇ ਕਿ ਜਿੱਦਣ ਇਹ ਲੋਕ ਕੱਲ ਨੂੰ ਇਹ ਮੋਰਚੇ ਤੋਂ ਵਾਪਸ ਆਉਣਗੇ, ਜਿੱਦਣ ਇੱਥੇ ਮੁੜਨਗੇ ਪੰਜਾਬ ਚ ਆ ਕੇ, ਔਰ ਜਿਸ ਢੰਗ ਦੇ ਨਾਲ ਉਹਨਾਂ ਨੇ ਇੱਕ ਨਵੀਂ ਸੋਚ ਅਪਣਾ ਲਈ ਹੈ ਕਿ ਅਸੀਂ ਰਿਵਾਇਤੀ ਪਾਰਟੀਆਂ ਨੂੰ ਸਮਰਥਨ ਨਹੀਂ ਦੇਣਾ, ਔਰ ਜਿਹੋ ਜਿਹੀਆਂ ਗੱਲਾਂ ਉਹ ਇਹਨਾਂ ਬਾਰੇ ਕਹਿ ਰਹੇ ਨੇ, ਕੱਲ ਨੂੰ ਕੀ ਉਹ ਚੋਣਾਂ 'ਚ ਇਹਨਾਂ ਦੀ ਦੁਬਾਰਾ ਮਦਦ ਕਰਨ ਲਈ ਤਿਆਰ ਹੋਣਗੇ? ਤੇ ਜੇ ਨਹੀਂ ਤਿਆਰ ਹੁੰਦੇ ਤੇ ਉਹ ਕੀ ਕਰਨਗੇ? ਕੀ ਉਹ ਆਪਣੀ ਕੋਈ ਤੀਜੀ ਚੌਥੀ ਧਿਰ ਬਣਾਉਣਗੇ? ਕੀ ਉਹ ਆਪ ਇੰਡੀਪੈਂਡੈਂਟਲੀ ਲੜਨਗੇ? ਮੈਨੂੰ ਜਿੰਨੇ ਵੀ ਮਗਰਲੇ ਦਿਨਾਂ 'ਚ ਸਿਆਸੀ ਸੀਨੀਅਰ ਆਗੂ ਮਿਲੇ ਨੇ, ਉਹ ਸਾਰਿਆਂ ਦੀ ਸਭ ਤੋਂ ਵੱਡੀ ਘਬਰਾਹਟ ਇਹ ਹੈਗੀ ਏ ਕਿ ਜੇ ਇਹ ਲੋਕ ਚੋਣ ਮੈਦਾਨ 'ਚ ਆਪ ਸਿੱਧੇ ਉਤਰ ਆਏ ਤੇ ਸਾਡਾ ਕੀ ਬਣੇਗਾ। ਮੈਨੂੰ ਲੱਗ ਰਿਹਾ ਕਿ ਇਹ ਜਿਹੜਾ ਆਉਣ ਵਾਲਾ ਸਾਲ ਹੈਗਾ ਸਾਡੇ ਲਈ, ਹੋ ਸਕਦਾ ਕਿ ਬਹੁਤ ਵੱਡੀਆਂ ਤਬਦੀਲੀਆਂ ਵਾਲਾ ਸਾਲ ਸਾਬਤ ਹੋਵੇ। ਰੀਜ਼ਨ ਬੀਇੰਗ ਕਿ ਜਿਹੜੇ ਇਹ ਐਸਟੈਬਲਿਸ਼ਡ ਜਿਹੜੇ ਇਹ ਇੱਕ ਕਿਸਮ ਦੇ ਸਿਆਸੀ ਘਰਾਣੇ ਸੀ ਸਾਡੇ ਪੰਜਾਬ ਦੇ ਵਿੱਚ ਵੀ ਤੇ ਨੈਸ਼ਨਲ ਲੈਵਲ ਤੇ ਵੀ, ਮੈਨੂੰ ਲੱਗਦਾ ਇਹ ਸਾਰੇ ਹੁਣ ਖੁਰਦੇ ਡਿੱਗਦੇ ਨਜ਼ਰ ਆ ਰਹੇ ਨੇ। ਔਰ ਸੱਤਾ ਜਿਹੜੀ ਹੈ ਆਉਣ ਵਾਲੇ ਸਮੇਂ 'ਚ, ਆਉਣ ਵਾਲੇ ਦਿਨਾਂ 'ਚ ਉਹ ਕਿਸੇ ਹੋਰ ਥਾਂ ਤੇ ਵੀ ਜਾ ਸਕਦੀ ਹੈ। ਔਰ ਮੈਨੂੰ ਜੋ ਲੱਗਦਾ ਹੈ ਕਿ ਤੁਸੀਂ ਦੇਖਿਆ ਜੇ ਜਿਹੜੀ ਨੈਕਸਟ ਇਲੈਕਸ਼ਨ ਪੰਜਾਬ ਵਿਧਾਨ ਸਭਾ ਦੀ ਹੋਏਗੀ, ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਬੜੀ ਨਵੀਂ ਹੈਰਾਨੀਕੁਨ ਔਰ ਤਬਦੀਲੀਆਂ ਵਾਲੀ ਹੋਏਗੀ। ਉਹਦੇ 'ਚ ਹੋ ਸਕਦਾ ਹੈ ਕਿ ਪੰਜਾਬ ਦੀ ਜਿਹੜੀ ਸਿਆਸੀ ਹਵਾ ਬਿਲਕੁਲ ਤਬਦੀਲ ਹੋ ਜਾਏ। ਜੀ ਹਰਕਮਲ ਜੀ, ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਨਾਲ ਹੋਰ ਲੈਣਾ ਚਾਹੁੰਦਾ। ਜਿਹੜਾ ਕਾਂਗਰਸ ਦੇ ਪਾਰਲੀਮੈਂਟ ਰਵਨੀਤ ਬਿੱਟੂ, ਭਾਜਪਾ ਦੇ ਇੱਕ ਬੁਲਾਰੇ ਦੇ ਨਾਲ ਉਹਦੀ ਖਹਿਪੜਬਾਜ਼ੀ ਹੋ ਰਹੀ ਸੀ ਚੈਨਲ ਦੇ ਉੱਤੇ, ਤਾਂ ਕਾਂਗਰਸ ਪਾਰਟੀ ਦੇ ਜਿਹੜੇ MP ਆ ਉਹਨਾਂ ਦੀ ਘਬਰਾਹਟ ਸਾਫ਼ ਨਜ਼ਰ ਆ ਰਹੀ ਸੀ। ਉਹ ਭਾਜਪਾ ਦੇ ਬੁਲਾਰੇ ਨੂੰ ਕਹਿ ਰਹੇ ਸੀ ਕਿ ਤੁਹਾਡਾ ਤਾਂ ਬੇੜਾ ਗਰਕ ਹੋਇਆ, ਤੁਸੀਂ ਸਾਡਾ ਵੀ ਪਤਾ ਸਾਫ਼ ਕਰ ਦਿਓਗੇ ਜੇ ਇਹੋ ਜਿਹੀ ਹਾਲਤ ਬਣੀ ਰਹੀ। ਸਾਨੂੰ ਵੀ ਕੋਈ ਸਟੇਜਾਂ ਤੇ ਚੜ੍ਹਨ ਨਹੀਂ ਦੇ ਰਿਹਾ ਇਹਨਾਂ ਦਿਨਾਂ 'ਚ। ਇਹ ਸਥਿਤੀ ਹੈ। ਦੇਖੋ ਗੱਲ ਇਹ ਵੇ ਕਿ ਇਹ ਜਿਹੜੇ ਦਿੱਲੀ ਜਾ ਕੇ, ਜਿਵੇਂ ਤੁਸੀਂ ਦੱਸਿਆ ਸੀ, ਉਹ ਬਿੰਗੀਆਂ ਟਿੰਗੀਆਂ ਪੱਗਾਂ ਬੰਨ ਕੇ ਬੈਠੇ ਨੇ ਉੱਥੇ ਧਰਨਾ ਮਾਰ ਕੇ। ਤੁਸੀਂ ਹਾਲਾਤ ਦੇਖੋ ਕਿ ਇਹਨਾਂ ਦੇ ਨਾਲ ਕੋਈ ਬੰਦਾ ਉੱਥੇ ਜਾਣ ਨੂੰ ਤਿਆਰ ਨਹੀਂ ਹੈਗਾ। ਇਹਨਾਂ ਦੇ ਆਪਣੇ ਵਿਧਾਨਕਾਰ ਨਹੀਂ ਜਾ ਰਹੇ, ਪਾਰਟੀ ਦੇ ਵਰਕਰ ਨਹੀਂ ਜਾ ਰਹੇ, ਇਹਨਾਂ ਦੇ ਆਪਣੇ MP ਨਹੀਂ ਜਾ ਰਹੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਸ਼ਿਕਾਇਤਾਂ ਕਰ ਰਹੇ ਨੇ ਕਿ ਦੇਖੋ ਜੀ ਕੋਈ ਰਾਜ ਸਭਾ ਦਾ ਮੈਂਬਰ ਨਹੀਂ ਆ ਰਿਹਾ, ਦੂਜੇ MP ਨਹੀਂ ਆ ਰਹੇ। ਤੁਸੀਂ ਦੇਖੋ ਮਹਾਰਾਣੀ ਪ੍ਰਨੀਤ ਕੌਰ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਵਾਈਫ, ਉਹ ਨਹੀਂ ਅੱਜ ਤੱਕ ਉੱਥੇ ਗਈ। ਇੱਥੋਂ ਮਨੀਸ਼ ਤਿਵਾਰੀ ਹੈਗਾ, ਉਹ ਅੱਜ ਤੱਕ ਉਹਨਾਂ ਦੇ ਕੋਲ ਨਹੀਂ ਗਿਆ ਹੈਗਾ। ਹੋਰ ਜਿਹੜੇ MP ਕਾਂਗਰਸ ਦੇ ਨੇ ਉਹ ਜਾਣ ਨੂੰ ਤਿਆਰ ਨਹੀਂ ਹੈਗੇ। ਤੁਸੀਂ ਇਹ ਦੇਖੋ ਕਿ ਜਿਹੜੀਆਂ ਇਹ ਰਵਾਇਤੀ ਪਾਰਟੀਆਂ ਦੇ ਆਗੂ ਨੇ, ਉਹਨਾਂ ਦੇ ਵਿੱਚ ਇਸ ਵੇਲੇ ਮਾਯੂਸੀ ਕਿੰਨੀ ਜ਼ਿਆਦਾ ਹੈ ਔਰ ਇਹ ਇੰਨੇ ਘਬਰਾਹਟ 'ਚ ਹੈਗੇ ਨੇ। ਉਹਨਾਂ ਨੂੰ ਇਹ ਸਮਝ ਨਹੀਂ ਪੈ ਰਹੀ ਕਿ ਸਾਡਾ ਭਵਿੱਖ ਕੀ ਹੈਗਾ, ਅਸੀਂ ਕਿੱਥੇ ਖੜੇ ਹੋਵਾਂਗੇ, ਸਾਡਾ ਭਵਿੱਖ ਬਣੇਗਾ ਕੀ। ਥੈਂਕ ਯੂ ਕਮਲ ਜੀ। ਗੁਰਪ੍ਰੀਤ ਜੀ, ਮੈਂ ਫਿਰ ਕਿਸਾਨੀ ਮੁੱਦੇ ਤੇ ਤੁਹਾਡੇ ਤੋਂ ਸਵਾਲ ਲੈਣਾ ਚਾਹੁੰਦਾ ਹਾਂ। ਸਵਾਲ ਇਹ ਕਿ ਇੱਕ ਪਾਸੇ ਤਾਂ ਕੇਂਦਰ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ, ਪਿਛਲੇ ਦਿਨਾਂ 'ਚ ਖਾਸ ਤੌਰ ਤੇ ਆਪਾਂ ਖੇਤੀ ਮੰਤਰੀ ਦੀ ਵੀ ਗੱਲ ਕਰ ਲਈਏ, ਉਹਨਾਂ ਨੇ ਵੀ ਕਿਹਾ ਕਿ ਜੀ ਬਹੁਤ ਵੱਡੀ ਗਿਣਤੀ 'ਚ ਜਿਹੜੇ ਦੇਸ਼ ਦੇ ਕਿਸਾਨ ਹੈ ਉਹ ਕੇਂਦਰ ਦੇ ਨਵੇਂ ਖੇਤੀ ਕਾਨੂੰਨ ਆ ਉਹਦੀ ਸ਼ਲਾਘਾ ਕਰ ਰਹੇ ਹੈ, ਇਸ ਕਰਕੇ ਅਸੀਂ ਤੁਹਾਡੀ ਗੱਲ ਮੰਨ ਨਹੀਂ ਸਕਦੇ। ਗੁਰਪ੍ਰੀਤ ਜੀ, ਤੁਸੀਂ ਗੁਰਦਾਸਪੁਰ ਦੇ ਰਹਿਣ ਵਾਲੇ ਹੋ। ਮੇਰੀ ਜਾਣਕਾਰੀ ਮੁਤਾਬਕ ਜਿਹੜੀ ਇੱਕ ਰਿਪੋਰਟ ਇਹ ਆਈ ਹੈ ਕਿ 2 ਦਿਨ ਪਹਿਲਾਂ, 3 ਦਿਨ ਪਹਿਲਾਂ 24 ਦਸੰਬਰ ਨੂੰ ਪ੍ਰਧਾਨ ਮੰਤਰੀ ਨੇ ਜਿਹੜਾ ਹੈਗਾ ਕਿਸਾਨ ਵਿਕਾਸ ਯੋਜਨਾ ਦੇ ਖਾਤੇ 'ਚ ਜਿਹੜੇ 9 ਕਰੋੜ ਕਿਸਾਨਾਂ ਨੂੰ 2-2000 ਰੁਪਇਆ ਉਹਨਾਂ ਦੇ ਖਾਤੇ 'ਚ ਪਾਇਆ। ਰਿਪੋਰਟਾਂ ਇਹ ਆ ਰਹੀਆਂ ਕਿ ਪੰਜਾਬ 'ਚ ਜਿਹੜੇ 2-2000 ਰੁਪਏ ਕਿਸਾਨਾਂ ਦੇ ਖਾਤੇ 'ਚ ਗਏ ਹੈ, ਉਹਨਾਂ ਨੇ ਅਗਲੇ ਦਿਨ ਹੀ ਨਾਲ ਦੇ ਨਾਲ ਹੀ ਜਿਹੜਾ ਸੰਘਰਸ਼ ਕਰ ਰਹੀ ਕਿਸਾਨ ਜਥੇਬੰਦੀਆਂ ਹੈ ਉਹਨਾਂ ਦੀ ਰਸੋਈਆਂ ਦੇ ਖਾਤੇ ਉਹਨਾਂ 'ਚ ਕਨਵਰਟ ਕਰਦੇ ਕਿ ਤੁਸੀਂ ਲੰਗਰ 'ਚ ਪਾਓ, ਸਾਨੂੰ ਨਹੀਂ ਚਾਹੀਦੇ ਮੋਦੀ ਦੇ 2000 ਰੁਪਏ। ਇੱਥੋਂ ਕੀ ਸੰਕੇਤ ਮਿਲਦਾ ਹੈ ਕਿਸਾਨੀ ਦਾ? ਦੇਖੋ, ਜਿਹੜਾ ਪੰਜਾਬ, ਜਿਹੜੀ ਗੱਲ ਤੇ ਪਹਿਲੇ ਤੁਸੀਂ ਕਹੀ ਹੈ ਕਿ
ਕੁਝ ਕਿਸਾਨ ਜਥੇਬੰਦੀਆਂ ਜਾਂ ਕੁਝ ਸੂਬਿਆਂ ਦੇ ਕਿਸਾਨ ਇਹ ਆਖ ਖੜੇ ਨੇ ਕਿ ਇਹ ਖੇਤੀ ਕਾਨੂੰਨ ਬਹੁਤ ਵਧੀਆ ਨੇ, ਸ਼ਲਾਘਾ ਕੀਤੀ ਜਾ ਰਹੀ ਹੈ। ਬਹੁਤ ਵੱਖ ਜਿਹੇ ਤਰੀਕੇ ਨਾਲ ਨਾ ਇਹ ਕਹਾਂਗਾ ਮੈਂ, ਬੜੇ ਵੱਖਰੇ ਜਿਹੇ ਤਰੀਕੇ ਨਾਲ ਇੱਕ ਗੁੰਮਰਾਹਕੁੰਨ ਜਿਹੜੀ ਸਿਚੁਏਸ਼ਨ ਬਣਾਈ ਜਾ ਰਹੀ ਹੈ ਪਹਿਲੇ ਤੇ ਜੇਪੀ ਵੱਲੋਂ ਕਿ ਇਸ ਕਾਨੂੰਨ ਨੂੰ ਇਹਦੀ ਵਡਿਆਈ ਕਿੱਦਾਂ ਕੀਤੀ ਜਾਵੇ। ਸਭ ਤੋਂ ਵੱਡੀ ਗੱਲ ਤੇ ਅੱਜ ਤੁਸੀਂ ਕੋਈ ਵੀ ਕੌਮੀ ਮੀਡੀਆ ਤੇ ਡਿਬੇਟ ਸੁਣ ਲਓ ਤਾਂ ਉਹਦੇ ਵਿੱਚ ਜਿਹੜੇ ਪੈਨਲਿਸਟ ਬਿਠਾਏ ਜਾ ਰਹੇ ਨੇ ਉਹ ਕਦੀ ਵੀ ਇਸ ਗੱਲ ਦੇ ਬਹਿਸ ਦੇ ਵਿੱਚ ਸਹਿਮਤ ਹੀ ਨਹੀਂ ਨੇ ਕਿ ਖੇਤੀ ਕਾਨੂੰਨਾਂ ਦੇ ਵਿੱਚ ਕੁਝ ਮਾੜਾ ਹੈਗਾ, ਕਿਉਂਕਿ ਦੇਖੋ ਹਰ ਇੱਕ ਦਾ ਨਜ਼ਰੀਆ ਹੁੰਦਾ, ਹਰ ਇੱਕ ਦਾ ਨਜ਼ਰੀਆ। ਮੈਂ ਜੇ ਮੈਨੂੰ ਤੁਸੀਂ ਪੈਨਲ ਤੇ ਬਿਠਾਇਆ ਤਾਂ ਮੇਰਾ ਨਜ਼ਰੀਆ ਹੋਊਗਾ, ਮੈਂ ਆਪਣਾ ਨਜ਼ਰੀਆ ਪੇਸ਼ ਕਰ ਸਕਾਂਗਾ। ਲੇਕਿਨ ਜੇ ਆਪਾਂ ਇੱਕ ਪੋਜ਼ਿਟਿਵ ਵੇ ਨਾਲ ਇੱਕ ਨਜ਼ਰੀਆ ਹੀ ਇਸ ਤਰੀਕੇ ਨਾਲ ਡਿਬੇਟ ਹੀ ਇਸ ਤਰੀਕੇ ਦੀ ਕਰ ਲਈਏ ਕਿ ਇੱਕ ਚੀਜ਼ ਨੂੰ ਆਪਾਂ ਪੁਆਇੰਟ ਆਊਟ ਹੀ ਨਹੀਂ ਕਰਨਾ, ਔਰ ਪੁਆਇੰਟ ਆਊਟ ਕਰਨਾ ਤੇ ਉਹਦੀ ਪੋਜ਼ਿਟਿਵਿਟੀ ਹੀ ਕਰਨਾ। ਨੋ ਡਾਊਟ ਖੇਤੀ ਕਾਨੂੰਨਾਂ ਦੇ ਪੋਜ਼ਿਟਿਵ ਪਨ ਹੋਣਗੇ, ਮੈਂ ਇਹ ਨਹੀਂ ਕਹਿੰਦਾ। ਦੇਖੋ ਕੰਟਰੈਕਟ ਫਾਰਮਿੰਗ ਤੋਂ ਬਗੈਰ ਤਾਂ ਜੇ ਆਏ ਮੇਰਾ ਨਜ਼ਰੀਆ ਇਹ ਕਹਿੰਦਾ ਕਿ ਕੰਟਰੈਕਟ ਫਾਰਮਿੰਗ ਤੋਂ ਬਗੈਰ ਕੋਈ ਵੀ ਫਾਰਮਿੰਗ ਨੂੰ ਅੱਗੇ ਜਾ ਕੇ ਆਪਾਂ ਅੱਗਾ ਵਧੂ ਕਿਸਾਨ ਨਹੀਂ ਹੋ ਸਕਦੇ ਜਦੋਂ ਤੱਕ ਕੰਟਰੈਕਟ ਫਾਰਮਿੰਗ ਆਉਂਦੀ ਨਹੀਂ। ਲੇਕਿਨ ਉਹਦੇ ਢੰਗ ਤਰੀਕੇ ਹੋਰ ਹੋਣਗੇ, ਉਹਦੇ ਢੰਗ ਤਰੀਕੇ ਵੀ ਕਿਸਾਨਾਂ ਦੇ ਤਰੀਕੇ ਨਾਲ ਹੋਣੇ ਚਾਹੀਦੇ ਨੇ, ਉਹ ਇੱਕ ਅਨਦਰ ਟੌਪਿਕ ਹੈ। ਲੇਕਿਨ ਉਹ ਇੱਕ ਚੰਗਾ ਹਿੱਸਾ ਹੈਗਾ ਇਸ ਖੇਤੀ ਕਾਨੂੰਨ ਦਾ। ਲੇਕਿਨ ਜਿਹੜੇ ਅੱਜ ਫਾਰਮਰ ਸਟੱਡੀ ਕਰਕੇ ਉਸ ਧਰਨਿਆਂ ਦੇ ਵਿੱਚ ਬੈਠੇ ਨੇ ਜਾਂ ਇੰਨੇ ਵੱਡੀ ਗਿਣਤੀ ਦੇ ਵਿੱਚ, ਅੱਜ ਦੇਖੋ ਬਿਹਾਰ ਦੇ ਵਿੱਚ ਲਾਠੀਚਾਰਜ ਹੋ ਰਿਹਾ, ਜਿਨ੍ਹਾਂ ਤੇ ਲਾਠੀਚਾਰਜ ਹੋ ਰਿਹਾ ਕੀ ਉਹ ਵੀ ਤੇ ਕਿਸਾਨੀ ਦੇ ਮੁੱਦੇ ਦੇ ਉੱਤੇ ਪ੍ਰੋਟੈਸਟ ਦੇ ਉੱਤੇ ਹੈਗੇ ਨਾ, ਉਹ ਵੀ ਤੇ ਉਹੀ ਕਿਸਾਨ ਨੇ। ਜੇ ਬਿਹਾਰ ਦੇ ਕਿਸਾਨ ਕਹਿ ਰਹੇ ਨੇ, ਜੇ ਇਹਨਾਂ ਦੇ ਮੁਤਾਬਕ ਜੇ ਆਪਾਂ ਐਗਰੀਕਲਚਰ ਮਿਨਿਸਟਰ ਦੀ ਗੱਲ ਕਰੀਏ ਨਾ ਤਾਂ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਬਿਹਾਰ ਦੇ ਜਾਂ ਯੂਪੀ ਦੇ ਜਾਂ ਦੂਸਰੇ ਹੋਰ 2 ਸੂਬਿਆਂ ਦੇ ਨਾਲ ਲਏ ਉਹਨਾਂ ਨੇ। ਇਹਨਾਂ ਸੂਬਿਆਂ ਦੇ ਕਿਸਾਨ ਕਹਿ ਰਹੇ ਖੇਤੀ ਕਾਨੂੰਨ ਬਹੁਤ ਵਧੀਆ ਨੇ। ਮੇਰੇ ਪਠਾਨਕੋਟ ਦੇ ਵਿੱਚ ਮੈਂ ਬੈਲਟ ਵਿੱਚ ਗਿਆ ਤਾਂ ਉੱਥੇ ਉਹ ਕਹਿੰਦੇ ਜੀ ਇਹ ਖੇਤੀ ਕਾਨੂੰਨ ਬਹੁਤ ਵਧੀਆ ਨੇ, ਅਸੀਂ ਆਪਣੀ ਫਸਲ ਜਿਹੜੀ ਹੈ ਜਾ ਕੇ ਜੰਮੂ ਕਸ਼ਮੀਰ 'ਚ ਸੌਖੇ ਵੇਚ ਲਾਂਗੇ, ਪਹਿਲੇ ਆਪਾਂ ਚੋਰੀ ਜਾਂਦੇ ਸੀ। ਮਤਲਬ ਇਹ ਫੈਕਟਰਸ ਬਾਏ ਫੈਕਟ ਏਰੀਆ ਵਾਈਜ਼ ਵੀ ਫੈਕਟ ਕਰਦਾ। ਲੇਕਿਨ ਅੱਜ ਮੈਜੋਰਟੀ ਦੇ ਵਿੱਚ ਜਿਹੜਾ ਫਾਰਮਰ ਹੈ, ਮੈਜੋਰਟੀ 'ਚ ਫਾਰਮਰ ਸੜਕਾਂ ਦੇ ਉੱਤੇ ਹੈ, ਫਿਰ ਆਪਾਂ ਕਿੱਦਾਂ ਕਵਾਂਗੇ ਕਿ ਇਹ ਖੇਤੀ ਕਾਨੂੰਨ ਹੱਕ 'ਚ ਨੇ। ਦੂਸਰੀ ਚਲੋ ਇੱਕ ਜਿਹੜੀ ਗੱਲ ਤੁਸੀਂ ਕਹੀ ਫਾਰਮਰਸ ਦੀ, ਦੇਖੋ ਫਾਰਮਰਸ ਨੇ ਸਾਫ਼ ਤੌਰ ਤੇ ਇੱਕ ਗੱਲ ਕਲੀਅਰ ਹੁਣ ਉਹ 2000 ਵਾਲੀ ਜਾਂ ਇੱਕ ਜਿਹੜਾ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਆਪਾਂ ਤੁਹਾਡੇ ਫਸਲਾਂ ਦੀਆਂ ਪਾਲਿਸੀਜ਼ ਕਰਾਤੀਆਂ, ਤੁਹਾਨੂੰ ਹੁਣ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਚਾਹੇ ਕੋਈ ਵੀ ਮੌਸਮ ਹੋਵੇ, ਤਰਾਸਦੀ ਆਵੇ, ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਮੁਆਵਜ਼ਾ ਪੂਰਾ ਮਿਲੇਗਾ ਥਰੂ ਪਾਲਿਸੀਜ਼। ਲੇਕਿਨ ਏਦਾਂ ਦਾ ਕੁਝ ਨਹੀਂ। ਹੁਣ ਫਾਰਮਰਸ ਦਾ ਇੱਕੋ ਮੁੱਦਾ ਕਿ ਹੁਣ ਮੈਂ ਆਪਣੀ ਲੜਾਈ ਆਪ ਲੜ ਰਿਹਾ ਔਰ 2000 ਜਾਂ 200 ਰੁਪਏ ਦੇ ਨਾਲ ਮਤਲਬ ਨਹੀਂ ਹੈ। ਥੈਂਕ ਯੂ। ਹੁਣ ਮਤਲਬ ਆ ਪਹਿਲੇ ਉਸ ਮੁੱਦੇ ਤੇ, ਜਿਸ ਮੁੱਦੇ ਤੇ ਕਿਸਾਨ ਬੈਠੇ ਨੇ ਧਰਨੇ ਤੇ, ਯੈਸ ਉਹਦਾ ਨਿਬੇੜਾ ਹੋਣਾ ਚਾਹੀਦਾ ਜੀ। ਬਿਲਕੁਲ ਠੀਕ ਜਿਹੜਾ ਹੈਗਾ ਤੁਹਾਡਾ ਵਿਊ ਪੁਆਇੰਟ ਆ ਗਿਆ ਗੁਰਪ੍ਰੀਤ ਜੀ। ਹਰਕਮਲ ਜੀ ਸੰਖੇਪ ਜਿਹਾ ਕਮੈਂਟ ਮੈਂ ਕਿਸਾਨੀ ਧਰਨੇ ਅੰਦੋਲਨ ਨੂੰ ਜਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ, ਪੰਜਾਬ 'ਚ ਸਾਬਕਾ ਫੌਜੀਆਂ ਦੀ ਗੱਲ ਕਰ ਲਈਏ, ਪੰਜਾਬ 'ਚ ਸਾਬਕਾ ਪੁਲਿਸ ਅਧਿਕਾਰੀਆਂ ਦੀ ਗੱਲ ਕਰ ਲਈਏ, ਮੀਡੀਆ ਵਾਲਿਆਂ ਦੀ ਗੱਲ ਕਰ ਲਈਏ, ਰੰਗ ਕਰਮੀਆਂ ਦੀ ਗੱਲ ਕਰ ਲਈਏ, ਇਸ ਤਰ੍ਹਾਂ ਵੱਖ-ਵੱਖ ਵਰਗਾਂ ਨਾਲ ਜੁੜੇ ਜਿਹੜੇ ਕਿ ਹਜ਼ਾਰਾਂ ਲੋਕ ਹੈ ਜਿਹੜੇ ਕਿਸਾਨੀ ਅੰਦੋਲਨ ਨੂੰ ਹਮਾਇਤ ਦੇ ਰਹੇ ਆ। ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸਾਨੀ ਅੰਦੋਲਨ ਜਿਹੜਾ ਹੈਗਾ ਕੁਝ ਗਿਣੀਆਂ ਮਿਆਂ ਜਾਂ ਵਿਚਾਰਧਾਰਾ ਵਾਲੇ ਲੋਕਾਂ ਦਾ ਹੀ ਅੰਦੋਲਨ ਰਹਿ ਗਿਆ ਹੈ। ਇਸ ਵੇਲੇ ਤਾਂ ਇੱਕ ਲੋਕ ਲਹਿਰ ਦੇ ਰੂਪ 'ਚ ਨਜ਼ਰ ਆ ਰਿਹਾ ਹੈ। ਹਰਕਮਲ ਜੀ ਸਹਿਮਤ ਹੋ ਇਸ ਗੱਲ ਦੇ ਨਾਲ? ਜਗਤਾਰ ਜੀ ਬਿਲਕੁਲ, ਇਹ ਤੇ ਇੱਕ ਤੁਸੀਂ ਕਹਿ ਸਕਦੇ ਹੋ ਕਿ ਸਾਰੇ ਵਰਗਾਂ ਦੀ ਇੱਕ ਸਾਂਝੀ ਮੂਵਮੈਂਟ ਬਣ ਗਈ ਹੈ। ਇਹ ਆਪਣੇ ਆਪ 'ਚ ਇੱਕ ਇਨਕਲਾਬ ਵਾਲੀ ਸਿਚੁਏਸ਼ਨ ਹੈਗੀ ਹੈ ਜਿਹਦੇ 'ਚ ਹਰ ਵਰਗ ਜਿਹੜਾ ਹੈ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਔਰ ਹਰ ਧਰਮ, ਹਰ ਕਿੱਤੇ ਦਾ ਬੰਦਾ ਜਿਹੜਾ ਹੈ ਉਹ ਇਹਨਾਂ ਨੂੰ ਬੜੀ ਹੋਲ ਹਾਰਟਡ ਮਦਦ ਦੇ ਰਿਹਾ ਹੈ। ਤੁਸੀਂ ਉੱਥੇ ਜਾ ਕੇ ਦੇਖੋ ਲੋਕੀ ਕਿਵੇਂ ਉਹਨਾਂ ਦੀ ਸੇਵਾ ਕਰ ਰਹੇ ਨੇ, ਅੰਦੋਲਨਕਾਰੀ ਕਿਸਾਨਾਂ ਦੀ। ਔਰ ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ ਇਹ ਜਿਹੜਾ ਅੰਦੋਲਨ ਹੈਗਾ, ਤੁਸੀਂ ਉਹਨੂੰ ਇੱਕ ਅੰਦੋਲਨ ਤੇ ਅਸੀਂ ਠੀਕ ਕਹਿ ਰਹੇ ਹਾਂ, ਪਰ ਇਹ ਕਿਸੇ ਇਨਕਲਾਬ ਤੋਂ ਘੱਟ ਨਹੀਂ ਹੈਗਾ। ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਇਨਕਲਾਬ ਹੈਗਾ ਹੈ। ਔਰ ਇੱਕ ਪੰਜਾਬੀ ਦੀ ਉਹ ਕਹਾਵਤ ਹੈਗੀ, ਉਹ ਕਹਿੰਦੇ ਜਾਂ ਭਾਂਡੇ ਵਾਲੀ ਹੈ ਨਹੀਂ ਜਾਂ ਟਾਂਡੇ ਵਾਲੀ ਹੈ ਨਹੀਂ। ਇਹ ਤੁਸੀਂ ਮੇਰੀ ਗੱਲ ਇੱਕ ਨੋਟ ਕਰ ਲਓ ਕਿ ਦੋਨਾਂ ਚੋਂ ਇੱਕ ਦੀ ਖੈਰ ਹੈ ਨਹੀਂ। ਰੀਜ਼ਨ ਬੀਇੰਗ, ਭਾਵੇਂ ਇਹਨਾਂ ਦੇ ਜੇ ਕੁਛ ਇੱਕ ਚੁਣੀਂਦਾ ਲੀਡਰਾਂ ਨੂੰ ਵੀ ਖਰੀਦ ਲੈਣ ਨਾ, ਜੇ ਸਰਕਾਰ ਖਰੀਦ ਲਵੇ ਕਿਸਾਨਾਂ ਦੇ, ਤਾਂ ਵੀ ਤੁਸੀਂ ਦੇਖ ਲਿਓ ਕਿ ਜਦੋਂ ਤੱਕ ਇਹ 3 ਕਾਨੂੰਨ ਰੱਦ ਨਹੀਂ ਹੁੰਦੇ
ਕਿਸਾਨਾਂ ਨੇ ਔਰ ਲੋਕਾਂ ਨੇ ਇਸ ਗੱਲ ਲਈ ਤਿਆਰ ਨਹੀਂ ਹੋਣਾ ਕਿ ਅਸੀਂ ਉੱਥੋਂ ਧਰਨਾ ਚੁੱਕ ਕੇ ਤੁਰੀਏ ਔਰ ਭਾਰਤ ਸਰਕਾਰ ਨੂੰ ਅਖੀਰ ਦੇ ਵਿੱਚ ਮਜਬੂਰ ਹੋ ਕੇ ਇਹ ਕਾਨੂੰਨ ਰੱਦ ਕਰਨੇ ਪੈਣਗੇ। ਇਦੋਂ ਬਿਨਾਂ ਉਹਨਾਂ ਦਾ ਖਾੜਾ ਛੁੱਟਣ ਵਾਲਾ ਨਹੀਂ। ਥੈਂਕ ਯੂ ਵੈਰੀ ਮਚ। ਪ੍ਰਾਸ਼ਾ ਜੀ, ਅੰਦੋਲਨ ਦੇ ਬਾਰੇ ਕਮੈਂਟਸ ਮੈਂ ਤੁਹਾਡੇ ਵੀ ਲੈਣਾ ਚਾਹਾਂਗਾ। ਆਪਾਂ ਪੋਲੀਟੀਕਲ ਚਰਚਾ ਕੀਤੀ ਹੈ, ਸਰਕਾਰ ਕੀ ਸੋਚਦੀ ਹੈ, ਜਿਹੜੀਆਂ ਰਾਜਸੀ ਧਿਰਾਂ ਕੀ ਸੋਚਦੀਆਂ, ਆਮ ਆਦਮੀ ਜਿਹੜਾ ਜਦੋਂ ਆਪਾਂ ਪੰਜਾਬ 'ਚ ਬੈਠੇ ਹਾਂ ਕਿੱਡਾ ਕੁ ਵੱਡਾ ਹੰਗਾਰਾ ਅੱਜ ਦੇ ਦਿਨਾਂ 'ਚ ਵੀ ਨਜ਼ਰ ਆ ਰਿਹਾ, ਇਹੋ ਜਿਹੇ ਮੌਸਮ 'ਚ ਵੀ। ਜਗਤਾਰ ਜੀ, ਮੈਂ ਸਮਝਦਾ ਹਾਂ ਕਿ ਇਹ ਸਿਰਫ ਕਿਸਾਨ ਅੰਦੋਲਨ ਨਹੀਂ, ਲੇਕਿਨ ਸੁਸਾਇਟੀ ਦਾ ਹਰ ਵਰਗ ਜਿਹੜਾ ਇਹਦੇ ਨਾਲ ਜੁੜਿਆ ਹੈ। ਇਹਦੇ ਨਾਲ ਚਾਹੇ ਉਹ ਵਕੀਲ ਹੋਣ, ਚਾਹੇ ਉਹ ਇੰਟਲੈਕਚੁਅਲ ਹੋਣ, ਚਾਹੇ ਉਹ ਸਟੂਡੈਂਟਸ ਹੋਣ, ਚਾਹੇ ਸਿਆਸੀ ਪਾਰਟੀਆਂ ਹੋਣ, ਚਾਹੇ ਕੋਈ ਹੋਵੇ, ਹਰ ਬੰਦਾ ਉੱਥੇ ਜਾ ਕੇ ਜੁੜਿਆ। ਔਰ ਇੱਕ ਤਰ੍ਹਾਂ ਦਾ ਇਹ ਜਿਹੜਾ ਕਿਸਾਨ ਦਿੱਲੀ ਦਾ ਬਾਰਡਰ ਜਿਹੜਾ ਹੈ, ਉਹ ਇੱਕ ਤਰ੍ਹਾਂ ਤੁਸੀਂ ਇਹ ਦੇਖੋ ਕਿ ਲੋਕੀ ਉੱਥੇ ਜਿੱਦਾਂ ਤੀਰਥ ਯਾਤਰਾ ਤੇ ਜਾਂਦੇ ਆ ਉੱਦਾਂ ਜਾ ਰਹੇ ਆ, ਉੱਥੇ ਜਾ ਕੇ ਹਾਜ਼ਰੀਆਂ ਲਾ ਰਹੇ ਹੈ, ਉੱਥੇ ਆਨੰਦ ਮਾਣ ਰਹੇ ਹੈ, ਬੈਠ ਰਹੇ ਹੈ ਔਰ ਉੱਥੇ ਪੂਰੀ ਉਹਨਾਂ ਦੀ ਸੇਵਾ ਪਾਣੀ ਹੋ ਰਿਹਾ। ਉੱਥੇ ਚਾਹ ਵੀ ਮਿਲ ਰਹੀ ਹੈ, ਖਾਣਾ ਵੀ ਲੰਗਰ ਵੀ ਮਿਲ ਰਿਹਾ ਹੈ, ਲੱਡੂ ਵੀ ਮਿਲ ਰਹੇ ਹੈ, ਈਵਨ ਹਲਵੇ ਬਣਾ ਕੇ ਲੋਕੀ ਜਲੇਬੀਆਂ ਬਣਾ ਭੇਜ ਰਹੇ ਹੈ। ਇਹ ਜਿੱਦੋਂ ਸਾਫ਼ ਜਾਂਦਾ ਹੈ ਕਿ ਆਫਟਰ ਆਲ ਇਹ ਜਿਹੜੇ ਉਹਨਾਂ ਦੇ ਨਾਲ ਪੂਰੀ ਸਿੰਪਥੀ ਪੂਰੀ ਸੁਸਾਇਟੀ ਦੀ ਹੈਗੀ ਹੈ। ਉਹਨਾਂ ਦਾ ਜਿਹੜਾ ਮੁੱਦਾ ਹੈਗਾ ਉਹਦੇ ਨਾਲ ਹਰ ਬੰਦਾ ਜੁੜਿਆ ਹੈ। ਜਿੱਦਾਂ ਹੁਣ ਆਪਾਂ ਦੇਖੇ ਕਿਸਾਨਾਂ ਦੀਆਂ ਜਿਹੜੇ ਸਟਿੱਕਰ ਹੈ ਉਹ ਗੱਡੀਆਂ ਤੇ ਆਮ ਨਜ਼ਰ ਆਉਣ ਲੱਗ ਪਿਆ ਹੈ ਕਿ ਨੋ ਫਾਰਮਰ ਨੋ ਫੂਡ। ਜੇ ਕਿਸਾਨ ਹੀ ਰਹੂਗਾ ਤਾਂ ਤੁਹਾਨੂੰ ਰੋਟੀ ਖਾਣ ਨੂੰ ਕਿੱਥੋਂ ਲੱਭੇਗੀ। ਤਾਂ ਇਹਦੇ ਨਾਲ ਬੜਾ ਸਾਫ਼ ਸਾਬਤ ਹੋ ਰਿਹਾ ਕਿ ਸੁਸਾਇਟੀ ਦਾ ਹਰ ਵਰਗ ਇਹਦੇ ਨਾਲ ਜੁੜਿਆ ਹੈ। ਔਰ ਐਸੀ ਕਰਕੇ ਤੁਸੀਂ ਦੇਖੋ ਕਿ ਮੋਦੀ ਸਰਕਾਰ ਨੂੰ ਕਦਮ ਪਿੱਛੇ ਹਟਣਾ ਪੈ ਰਿਹਾ। 2 ਕਦਮ ਪਿੱਛੇ ਹਟ ਗਏ ਨੇ ਔਰ ਇਹ ਮੇਰਾ ਦਾਅਵਾ ਹੈ, ਪੂਰੀ ਅੱਜ ਦੀ ਪਛੀਨ ਗੋਈ ਹੈ ਕਿ ਅਗਲੇ ਜਿਹੜੇ 2 ਕਦਮ ਹੈ ਆਉਣ ਵਾਲੇ ਦਿਨਾਂ 'ਚ ਉਹ ਵੀ ਇਹ ਪਿੱਛੇ ਹਟਣਗੇ ਔਰ ਸਾਰੀਆਂ ਮੰਗਾਂ ਮੰਨ ਕੇ ਇਹਨਾਂ ਨੂੰ ਕਰਨਾ ਪਏਗਾ। ਓਕੇ, ਥੈਂਕ ਯੂ ਵੈਰੀ ਮਚ। ਮੈਂ ਇਹਨਾਂ ਮੁੱਦਿਆਂ ਤੇ ਆਉਣ ਦੇ ਲਈ ਪ੍ਰਾਸ਼ਰ ਜੀ, ਕਮਲ ਜੀ, ਗੁਰਪ੍ਰੀਤ ਜੀ, ਤਿੰਨੇ ਸੀਨੀਅਰ ਜਰਨਲਿਸਟਾਂ ਦਾ ਧੰਨਵਾਦੀ ਹੈ। ਦਰਸ਼ਕਾਂ ਦੇ ਲਈ ਸੁਨੇਹਾ, ਕਿਸਾਨੀ ਅੰਦੋਲਨ, ਕਿਸਾਨੀ ਲਹਿਰ ਤੇ ਪੰਜਾਬ ਦੀ ਆਵਾਜ਼ ਸਾਡੇ ਸੀਨੀਅਰ ਜਰਨਲਿਸਟਾਂ ਵੱਲੋਂ ਸੱਚ ਦੀ ਪੇਸ਼ਕਾਰੀ ਹੈ। ਤੇ ਮੇਰੀ ਦਰਸ਼ਕਾਂ ਨੂੰ ਇਸ ਗੱਲ ਦੇ ਲਈ ਵੀ ਬੇਨਤੀ ਹੈ ਕਿ ਆਵਾਜ਼ ਜਿਹੜੀ ਹੈਗੀ ਆ ਵੱਧ ਤੋਂ ਵੱਧ ਪੰਜਾਬੀਆਂ ਤੱਕ ਜਾਣੀ ਚਾਹੀਦੀ ਹੈ ਤਾਂ ਕਿ ਅਸੀਂ ਵੀ ਉਹ ਸੱਚ ਦੀ ਆਵਾਜ਼ ਦਾ ਇੱਕ ਹਿੱਸਾ ਬਣ ਸਕੀਏ। ਇਹਨਾਂ ਮੁੱਦਿਆਂ ਤੇ ਆਉਣ ਦੇ ਲਈ ਤੁਹਾਡੇ ਸਾਰਿਆਂ ਵੱਲੋਂ ਮੈਂ ਫਿਰ ਆਪਣੇ ਤਿੰਨੇ ਸੀਨੀਅਰ ਜਰਨਲਿਸਟਾਂ ਦਾ ਧੰਨਵਾਦੀ ਹਾਂ ਤੇ ਸੁਨੇਹੇ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।